ਅੱਜ ਆਪਾਂ 432 ਅੰਗ ਤੋਂ ਗਿਆਨ ਸ਼ੁਰੂ ਕਰਾਂਗੇ ਜੀ। ਆਸਾ ਰਾਗ ਦੇ ਵਿੱਚ ਪਹਿਲੀ ਪਾਤਸ਼ਾਹੀ ਦੀ ਪੱਟੀ ਮਹਾਰਾਜ ਮੇਹਰ ਕਰਨ ਗਿਆਨ ਦੀ ਜਿਹੜੀ ਹੈਗੀ ਆ ਕਣੀ ਜਿਹੜੀ ਆਪਾਂ ਨੂੰ ਦੇਣ ਔਰ ਉਹਦੇ ਅਨੁਸਾਰ ਜਿਹੜੀ ਜੀਵਨ ਦੀ ਜਾਂਚ ਜਿਹੜੀ ਅਸੀਂ ਆਪਾਂ ਕਰ ਸਕੀਏ। ਇਹੀ ਉਪਰਾਲਾ, ਇਹੀ ਬੇਨਤੀ ਹੈਗੀ ਜੀ। ਰਾਗ ਆਸਾ ਮਹੱਲਾ ਪਹਿਲਾ। ਪੱਟੀ ਲਿਖੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਇਹ ਪੱਟੀ ਜਿਹੜੀ ਹੈਗੀ ਆ ਇਹ ਜਿਹੜੀ ਇਸ ਤੋਂ ਪਹਿਲਾਂ ਜਿਹੜੀ ਹੈਗੀ ਆ ਇਹ ਬੋਲੀ ਜ਼ਰੂਰ ਸੀਗੀ। ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਇਹ ਬੋਲੀ ਸੀਗੀ, 1000 ਸਾਲ ਪਹਿਲਾਂ ਦੀ ਬੋਲੀ ਸੀਗੀ ਇਹ। ਪਰ ਇਹਦੇ 27 ਅੱਖਰ ਸੀਗੇ। ਇਹਦੇ ਵਿੱਚ ਜਿਹੜੇ ਹੈਗੇ ਸਾਊਂਡ ਨਹੀਂ ਸੀਗੇ, ਵਾਵਲ ਜਿਹਨੂੰ ਕਹਿੰਦੇ ਆ। ਅਤੇ ਇਹਦੀ ਲਿਪੀ ਵੀ ਜਿਹੜੀ ਹੈਗੀ ਆ ਉਹ ਮਤਲਬ ਜਿਹੜੀ ਹੈਗੀ ਅਪ ਟੂ ਡੇਟ ਨਹੀਂ ਸੀਗੀ। ਪਤਾ ਨਹੀਂ ਇਹਨੂੰ ਲੰਡੀ ਬੋਲੀ ਕਿਸ ਤਰ੍ਹਾਂ ਕੁਛ ਕਹਿੰਦੇ ਸੀਗੇ। ਅਤੇ ਗੁਰੂ ਨਾਨਕ ਸਾਹਿਬ ਨੇ ਆ ਕੇ ਫਿਰ ਜਿਹੜਾ ਹੈਗਾ ਇਹ 35 ਅੱਖਰੀ ਜਿਹੜੀ ਹੈਗੀ ਆ ਇਹਦੇ ਵਿੱਚ ਜਿਹੜੇ ਵਾਵਲਸ ਵਗੈਰਾ ਜਿਹੜੇ ਹੈਗੇ ਊੜਾ ਐੜਾ ਈੜੀ ਇਹ ਪਾਏ ਇਹਦੇ ਵਿੱਚ ਜਿਹੜੇ ਸਾਊਂਡ, ਅਤੇ ਇਹਨੂੰ ਲਿਪੀ ਦਿੱਤੀ। ਰਾਗ ਆਸਾ ਮਹੱਲਾ ਪਹਿਲਾ। ਪੱਟੀ ਲਿਖੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਕਹਿੰਦੇ ਸੱਸੇ ਅੱਖਰ ਤੋਂ ਆਪਾਂ ਨੂੰ ਗਿਆਨ ਦੇ ਰਹੇ ਹੈ ਮਹਾਰਾਜ। ਕਹਿੰਦੇ ਉਹੀ ਇੱਕ ਮਾਲਕ ਪਰਮਾਤਮਾ ਹੈਗਾ, ਉਸੇ ਨੇ ਸਾਰੀ ਦੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਆ ਔਰ ਸਾਰਿਆਂ ਦਾ ਮਾਲਕ ਉਹੀ ਹੈਗਾ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਕਿਉਂਕਿ ਉਸੇ ਮਾਲਕ ਪਰਮਾਤਮਾ ਤੋਂ ਸਾਰਾ ਕੁਛ ਜਿਹੜਾ ਹੈਗਾ ਉਸੇ 'ਚ ਹੀ ਸ੍ਰਿਸ਼ਟੀ ਬਣੀ ਆ, ਉਸੇ ਤੋਂ ਉਸੇ ਦੇ ਵਿੱਚ ਹੈਗੀ ਆ ਔਰ ਉਸੇ ਦੇ ਵਿੱਚ ਸਮਾ ਜਾਏਗੀ। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਅੰਗ 432। ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਸੇਵਤ ਰਹੇ ਚਿੱਤ ਜਿਨ ਕਾ ਲਾਗਾ ਚਿੱਤ ਜਿਨ੍ਹ ਕਾ ਲਾਗਾ ਆਇਆ ਤਿਨ੍ਹੇ ਕਾ ਸਫਲ ਭਇਆ। ਕਹਿੰਦੇ ਜਿਨ੍ਹਾਂ ਦਾ ਚਿੱਤ ਲੱਗ ਗਿਆ, ਜਿਹੜੇ ਇਹ ਸੇਵਾ ਕਰਨ ਲੱਗ ਪਏ, ਉਹ ਸਾਹਿਬ ਨੂੰ ਯਾਦ ਕਰਨ ਲੱਗ ਪਏ, ਉਹ ਮਾਲਕ ਪਰਮਾਤਮਾ ਨੂੰ, ਕਹਿੰਦੇ ਉਹਨਾਂ ਦਾ ਆਇਆ ਸੰਸਾਰ ਦੇ ਵਿੱਚ ਮਨੁੱਖੀ ਜੂਨ ਪਾਈ ਸਫਲ ਹੋ ਗਈ। ਸੇਵਤ ਰਹੇ ਚਿੱਤ ਜਿਨ੍ਹੇ ਕਾ ਲਾਗਾ ਆਇਆ ਤਿਨ੍ਹੇ ਕਾ ਸਫਲ ਭਇਆ। ਇਸ ਕਰਕੇ ਹੇ ਮੇਰੇ ਮਨਾ ਮਨ ਕਾਹੇ ਭੂਲੇ ਮੂੜ ਮਨਾ। ਹੇ ਮੇਰੇ ਮੂੜ ਮਨ, ਮੂਰਖ ਮਨ। ਮੂੜ ਕਹਿੰਦੇ ਜਿਹੜਾ ਨਹੀਂ ਸੁਣਦਾ। ਮਨ ਕਾਹੇ ਭੂਲੇ, ਕਿਉਂ ਭੁੱਲ ਰਿਹਾ ਆ ਯਾਦ ਰੱਖ ਲਾ। ਜਬ ਲੇਖਾ ਦੇਵੇਂ ਵੀਰਾ ਤਉ ਪੜਿਆ ਰਹਾਓ। ਜੇ ਤੂੰ ਲੇਖਾ ਜਿਹੜਾ ਹੈਗਾ ਚੁਕਤਾ ਕਰਦਾ ਹੈ, ਤੇਰੇ ਸਿਰ ਤੇ ਜਿਹੜਾ ਹੈਗਾ ਲੇਖਾ ਹੈਗਾ, ਕਾਰਨ ਸਰੀਰ ਹੈਗਾ, ਸੰਸਕਾਰ ਹੈਗੇ ਆ, ਜੇ ਇਹਨਾਂ ਨੂੰ ਚੁਕਤਾ ਕਰਦਾ ਹੈ ਅਤੇ ਤਾਂ ਤੂੰ ਇਹ ਅੱਖਰ ਜਿਹੜੇ ਹੈਗੇ ਇਹਨਾਂ ਤੋਂ ਕੁਛ ਪੜ੍ਹਿਆ ਹੈ, ਇਹਨਾਂ ਤੋਂ ਤਾਂ ਤੂੰ ਪੜ੍ਹਿਆਂ ਦੇ ਵਿੱਚ ਗਿਣਿਆ ਜਾਏਗਾ। ਨਹੀਂ ਤਾਂ ਮੇਰੇ ਮਨਾ ਤੂੰ ਪੜ੍ਹਿਆਂ ਦੇ ਵਿੱਚ ਨਹੀਂ ਗਿਣਿਆ ਜਾਏਗਾ। ਮੂੜ ਮਨ ਕਾਹੇ ਭੂਲੇ ਮੂੜ ਮਨਾ ਜਬ ਲੇਖਾ ਦੇਵੇਂ ਵੀਰਾ ਤਉ ਪੜ੍ਹਿਆ। ਤਾਂ ਜਿਹੜਾ ਹੈਗਾ ਪੜ੍ਹਿਆ, ਇਹ ਰਹਾਉ ਦੀ ਪੰਕਤੀ ਹੈਗੀ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ
ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ। ਉਹ ਧਰਮਰਾਜ ਨੇ ਪਾਲਨ ਕਰ ਲੈਣਾ ਹੈ। ਲੇਖਾ ਲੇਖ, ਇਹ ਲੇਖਾ ਕੀ ਹੁੰਦਾ ਹੈ? ਅਸੀਂ ਅੱਜ ਜਿਹੜਾ ਹੈਗਾ ਗਰੁੱਪ ਦੇ ਵਿੱਚ ਵੀ ਪਾਇਆ, ਲੇਖਾ ਜਿਹੜਾ ਹੈਗਾ ਇਹ ਆਪਾਂ ਜਿੱਥੇ ਵੀ ਜੋ ਵੀ ਆਪਾਂ ਵਿਕਾਰ, ਜੋ ਵੀ ਕਰਮ ਕਰਦੇ ਹਾਂ, ਜੋ ਵੀ ਵਿਕਾਰ ਕਰਦੇ ਹਾਂ, ਉਹ ਜਿਹੜੇ ਹੈਗੇ ਉਹਦੇ ਨਾਲ ਕੀ ਹੁੰਦਾ ਹੈ? ਉਹਦੇ ਨਾਲ ਜਿਹੜਾ ਹੈਗਾ ਉਹ ਕਿਉਂ ਕਰਦੇ ਹਾਂ? ਕਿਉਂਕਿ ਰਸ ਹੈਗਾ ਉਹਦੇ ਵਿੱਚ, ਝੂਠਾ ਹੀ ਰਸ ਹੈਗਾ, ਤਸੱਲੀ ਨਹੀਂ ਹੁੰਦੀ ਇਨਸਾਨ ਦੀ, ਪਰ ਰਸ ਹੈਗਾ। ਇਸ ਕਰਕੇ ਜਿਹੜਾ ਹੈਗਾ ਵਿਕਾਰ ਕਰਦੇ ਹਾਂ ਆਪਾਂ, ਔਰ ਇੱਕ ਵਾਰੀ ਵਿਕਾਰ ਕਰ ਲਿਆ ਤੇ ਉਹਦੀ ਫਿਲਮ ਬਣ ਜਾਂਦੀ ਹੈ। ਫਿਰ ਅੰਦਰ ਉਹ ਫਿਲਮ ਜਿਹੜੀ ਹੈਗੀ ਚੱਲਦੀ ਹੈ, ਫਿਲਮ ਚੱਲਦੀ ਹੈ ਤੇ ਫਿਰ ਵਿਕਾਰ ਕਰਨ ਨੂੰ ਜੀ ਕਰਦਾ ਹੈ। ਇਸ ਤਰੀਕੇ ਦੇ ਨਾਲ ਸੰਸਕਾਰ ਬਣ ਜਾਂਦੇ ਆ, ਸੰਸਕਾਰ ਬਣ ਜਾਂਦੇ ਆ ਤੇ ਲੇਖਾ ਹੋ ਜਾਂਦਾ ਤਿਆਰ। ਇਹ ਸੰਸਕਾਰ ਹੀ ਲੇਖਾ ਹੈਗਾ। ਔਰ ਇਹ ਜਿਹੜਾ ਹੈਗਾ ਇਹਦੇ ਕਾਰਨ ਫਿਰ ਜਿਹੜਾ ਧਰਮਰਾਜ ਜਿਹੜਾ ਹੈਗਾ ਪਾਲਨ ਕਰ ਲੈਂਦਾ ਹੈ ਉੱਥੇ। ਔਰ ਫਿਰ ਜਿਹੜਾ ਹੈਗਾ ਮਾਲਕ ਨੇ ਜਿਹੜਾ ਹੈਗਾ ਜੂਨਾਂ ਬਣਾਈਆਂ ਹੋਈਆਂ ਹੈ, ਜਿਹੜਾ ਕਾਰਨ ਸ਼ਰੀਰ ਬਣਾਇਆ ਹੈਗਾ, ਉਹ ਜੂਨਾਂ ਦੇ ਵਿੱਚ ਜਿਹੜਾ ਹੈਗਾ ਫਿਰ ਇੱਕ ਜਿਹੜਾ ਹੈਗਾ ਪਰਟੀਕੂਲਰ ਲਿਮਿਟ ਦੇ ਵਿੱਚ ਜਿਹੜਾ ਹੈਗਾ ਕਾਰਨ ਸ਼ਰੀਰ ਨਸ਼ਟ ਹੁੰਦਾ ਹੈ, ਪੂਰਾ ਨਹੀਂ ਨਸ਼ਟ ਹੁੰਦਾ। ਲੇਖਾ ਫਿਰ ਬਰਕਰਾਰ ਰਹਿੰਦਾ ਹੈ, ਫਿਰ ਸਰੀਰ ਮਿਲ ਜਾਂਦਾ ਹੈ, ਫਿਰ ਜਿਹੜਾ ਹੈਗਾ ਇਹ ਸ਼ੁਰੂ ਹੋ ਜਾਂਦੀ ਹੈ ਯਾਤਰਾ। ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਇਹ ਖੇਡਿਆ ਪਾਏ। ਮਨ ਕਾਹੇ ਭੂਲੇ ਮੂੜ ਮਨਾ, ਮੇਰੇ ਮਨਾ ਕਿਉਂ ਭੁੱਲ ਰਿਹਾ ਆ? ਲੇਖਾ ਤਾਂ ਦੇਣਾ ਪਊਗਾ ਤੈਨੂੰ, ਤੇ ਉਦੋਂ ਤੂੰ ਫਿਰ ਕੀ ਕਰੇਂਗਾ ਦੱਸ? ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਵੀਰਾ ਤਉ ਪੜਿਆ ਰਹਾਓ। ਈਵੜੀ ਆਦ ਪੁਰਖ ਹੈ ਦਾਤਾ। ਈੜੀ ਅੱਖਰ ਤੋਂ ਮਹਾਰਾਜ ਗਿਆਨ ਦੇ ਰਹੇ, ਕਹਿੰਦੇ ਆਦ ਤੋਂ ਉਹ ਮਾਲਕ ਪਰਮਾਤਮਾ ਉਹੀ ਦਾਤਾ ਹੈਗਾ, ਸਾਰੀਆਂ ਦਾਤਾਂ ਦੇਣ ਵਾਲਾ, ਔਰ ਉਹੀ ਪੁਰਖ ਹੈਗਾ, ਉਹੀ ਮਾਲਕ ਹੈਗਾ। ਆਪੇ ਸੱਚਾ ਸੋਈ, ਉਹੀ ਸੱਚਾ ਹੈਗਾ, ਹਮੇਸ਼ਾ ਰਹਿਣ ਵਾਲਾ ਹੈ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖੇ ਬੂਝੇ ਤਿਸ ਸਿਰ ਲੇਖ ਨਾ ਹੋਈ। ਕਹਿੰਦੇ ਅੱਖਰ ਹੈਗੇ, ਅੱਖਰਾਂ ਦੇ ਨਾਲ ਹੀ ਗਿਆਨ ਦਿੱਤਾ ਜਾ ਸਕਦਾ ਹੈ। ਬੋਲ ਵੀ ਅੱਖਰਾਂ ਦੇ ਨਾਲ ਹੀ ਬੋਲਾਂਗੇ ਆਪਾਂ। ਕੋਈ ਜਿਹੜਾ ਫਿਜ਼ੀਕਲੀ ਬੋਲੇਗਾ, ਸਰੀਰ ਦੇ ਵਿੱਚ ਬੋਲੇਗਾ, ਤਾਂ ਵੀ ਅੱਖਰ ਹੀ ਬੋਲੂਗਾ ਪਾਏ। ਹੋਰ ਕਿਸ ਤਰੀਕੇ ਨਾਲ ਗੂੰਗਾ ਆਦਮੀ ਕਿਸ ਤਰ੍ਹਾਂ ਸਮਝਾ ਦੂਗਾ? ਇਹਨਾਂ ਅੱਖਰਾਂ ਮੈਂ ਜੋ ਗੁਰਮੁਖੇ ਬੂਝੇ, ਗੁਰੂ ਦੇ ਰਾਹੀਂ ਪਾਏ। ਇਹੀ ਅੱਖਰ ਹੈ ਗੁਰੂ ਦੇ ਕੋਲ ਵੀ ਬੁਝਾਉਣ ਦੇ ਵਾਸਤੇ। ਜਿਹੜਾ ਬੁੱਝ ਜਾਏਗਾ, ਕੀ ਬੁੱਝ ਜਾਏਗਾ? ਬਈ ਲੇਖਾ ਦੇਣਾ ਆ ਪਿਆਰਿਆ, ਲੇਖਾ ਦੇਣਾ ਆ। ਕੀ ਬੁੱਝ ਜਾਏਗਾ? ਵੀ ਪਰਮਾਤਮਾ ਦੀ ਉਹ ਸਾਹਿਬ ਹੈਗਾ, ਮਾਲਕ ਉਹਦੀ ਖੇਡ ਹੈਗੀ ਆ। ਉਹਦੇ ਨਾਲ ਚਿੱਤ ਜੋੜਨਾ ਪਊਗਾ, ਸੇਵਾ ਕਰਨੀ ਪਊਗੀ, ਉਸ ਮਾਲਕ ਨੂੰ ਯਾਦ ਕਰਨਾ ਪਊਗਾ। ਕਿਉਂਕਿ ਜਿਹੜੇ ਵਿਕਾਰ ਕਰ ਰਹੇ ਹਾਂ ਆਪਾਂ, ਵਿਕਾਰਾਂ ਦੇ ਸੰਸਕਾਰ ਜਿਹੜੇ ਬਣ ਚੁੱਕੇ ਆ, ਉਹ ਬਾਰ-ਬਾਰ ਜਿਹੜੀ ਫਿਲਮ ਚੱਲਦੀ ਆ, ਬਾਰ-ਬਾਰ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਉਹਨਾਂ ਤੋਂ ਜੇ ਨਿਕਲਣਾ ਹੈਗਾ ਤੇ ਪਿਆਰਿਓ ਇੱਕ ਅੱਖਰ ਪਰਮਾਤਮਾ ਨੂੰ ਯਾਦ ਕਰਨਾ ਪਊਗਾ। ਇਹ ਮਨ ਨੂੰ ਜਿਹੜਾ ਹੈਗਾ ਦੂਸਰੇ ਪਾਸੇ ਲਾਉਣਾ ਪਊਗਾ। ਮਨ ਨੂੰ ਦੂਸਰੇ ਪਾਸੇ ਲਾਵਾਂਗੇ ਤੇ ਉਹਦੀ ਯਾਦ ਭੁੱਲ ਜਾਏਗੀ। ਈਵੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖੇ ਬੂਝੇ ਤਿਸ ਸਿਰ ਲੇਖ ਨਾ ਹੋਈ। ਹੋਰ ਕੋਈ ਤਰੀਕਾ ਨਹੀਂ ਹੈ ਲੇਖਾ ਮਿਟਾਉਣ ਦਾ ਪਾਏ, ਕਿਉਂਕਿ ਸੰਸਕਾਰ ਕਿਵੇਂ ਮਿਟ ਸਕਦੇ ਆ? ਇਹ ਮਨ ਪਤੰਦਰ ਜਿਹੜਾ ਹੈਗਾ, ਜਿਹੜੇ ਇਹਨੇ ਸਵਾਦ ਚੱਖੇ ਹੋਏ ਆ, ਜਿਹੜੇ ਦੁਨਿਆਵੀ ਪਦਾਰਥ ਜਿਹੜੇ ਹੈਗੇ ਭੋਗ ਵਿਲਾਸ ਕੀਤੇ ਇਹਨੇ, ਉਹ ਕਿਵੇਂ ਛੱਡ ਦਿੰਦਾ ਹੈ? ਉਹ ਤਾਂ ਉਗੜੇ ਪਏ ਆ ਇਹਦੇ ਉੱਤੇ, ਪੂਰੇ ਪੱਕੀਆਂ ਲੀਹਾਂ ਬਣੀਆਂ ਪਈਆਂ ਹੈ। ਇਹਨਾਂ ਅੱਖਰਾਂ ਵਿੱਚ ਜੋ ਗੁਰਮੁਖੇ ਬੂਝੇ ਤਿਸ ਸਿਰ ਲੇਖ ਨਾ ਹੋਈ। ਦੇਖੋ ਦੋ ਜਿਹੜੇ ਹੈਗੇ, ਦੋ ਹੀ ਅੱਖਰਾਂ ਦੇ ਗਿਆਨ ਲਿਆ ਹੈ, ਮਹਾਰਾਜ ਨੇ ਤਸੱਲੀ ਕਰਾ ਦਿੱਤੀ ਹੈ। ਊੜੇ ਉਪਮਾ ਤਾਕੀ ਕੀਜੈ ਜਾ ਕਾ ਅੰਤ ਨਾ ਪਾਇਆ। ਊੜੇ ਅੱਖਰ ਤੋਂ ਗਿਆਨ ਦੇ ਰਹੇ, ਕਹਿੰਦੇ ਜੇ ਸਿਫਤ ਸਲਾਹ ਕਰਨੀ ਆ ਤੇ ਉਸ ਮਾਲਕ ਪਰਮਾਤਮਾ ਦੀ ਕਰ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜਾ ਹਮੇਸ਼ਾ ਰਹਿਣ ਵਾਲਾ ਹੈਗਾ, ਔਰ
ਜਿਹੜਾ ਦਾਤਾ ਹੈਗਾ, ਜਿਹੜਾ ਦਿਆਲੂ ਹੈਗਾ, ਜਿਹੜਾ ਕਿਰਪਾਲੂ ਹੈਗਾ, ਜਿਹਨੇ ਬਖਸ਼ਣਾ ਹੈਗਾ। ਊੜੇ ਉਪਮਾ ਦਾ ਕੀ ਕੀਜੈ, ਜਾ ਕਾ ਅੰਤ ਨਾ ਪਾਇਆ। ਸੇਵਾ ਕਰੈਂ ਸਹੀ ਫਲ ਪਾਵੈਂ, ਜਿਨੀ ਸੱਚ ਕਮਾਇਆ। ਕਮਾਈ ਕਰਨੀ ਪਊਗੀ ਸੱਚ ਦੀ। ਸੱਚ ਪਰਮੇਸ਼ਰ ਹੈਗਾ, ਸੱਚ ਉਹਦਾ ਨਾਮ ਹੈਗਾ। ਇਹ ਭਗਤੀ ਸੱਚ ਹੈਗੀ, ਇਹੀ ਸੇਵਾ ਹੈਗੀ ਆ। ਸੱਚ ਕਿਉਂ? ਕਿਉਂਕਿ ਇਸੇ ਦੇ ਨਾਲ ਤਾਂ ਜਿਹੜੇ ਹੈਗੇ ਸੰਸਕਾਰ ਜਾ ਰਹੇ ਆ, ਇਸੇ ਦੇ ਨਾਲ ਤਾਂ ਜਿਹੜੀਆਂ ਲੀਕਾਂ ਮਿਟ ਰਹੀਆਂ। ਸੇਵਾ ਕरें ਸਹੀ, ਔਰ ਐਸੀ ਸਟੇਜ ਆ ਜਾਏਗੀ ਜਿਵੇਂ ਪਾਣੀ ਦੇ ਵਿੱਚ ਲੀਕ ਮਾਰੋ ਤੇ ਲੀਕ ਨਹੀਂ ਪਤਾ ਲੱਗਦੀ। ਇਸ ਤਰੀਕੇ ਦੇ ਨਾਲ ਫਿਰ ਇਨਸਾਨ ਜਿਹੜਾ ਹੈਗਾ ਇਹ ਲੇਖੇ ਤੋਂ ਬਾਹਰ ਹੋ ਜਾਂਦਾ ਹੈ। ਦੁਨੀਆ ਦੇ ਵਿੱਚ, ਸਰੀਰ ਦੇ ਵਿੱਚ ਰਹਿੰਦੇ ਹੋਏ ਜੋ ਵੀ ਕਰਮ ਕਰਦਾ ਹੈ ਉਹਦੀ ਲੀਕ ਨਹੀਂ ਪੈਂਦੀ। ਸੇਵਾ ਕरें ਸਹੀ ਫਲ ਪਾਵੇਂ, ਜਿਨੀ ਸੱਚ ਕਮਾਇਆ। ਸੱਚ ਦੀ ਕਮਾਈ ਕਰਨੀ ਪਊਗੀ ਭਾਈ, ਸੇਵਾ ਕਰਨੀ ਪਊਗੀ, ਤਾਂ ਇਹ ਫਲ ਪ੍ਰਾਪਤ ਹੋਏਗਾ, ਤਾਂ ਇਹ ਲੇਖੇ ਤੋਂ ਬਾਹਰ ਹੋਏਗਾ ਇਨਸਾਨ। ਗੰਗਾ ਗਿਆਨ ਬੂਝੈ ਜੇ ਕੋਈ, ਪੜ੍ਹਿਆ ਪੰਡਤ ਸੋਈ। ਆ ਗਿਆਨ ਹੈ ਭਾਈ, ਇਹਨੂੰ ਜੇ ਬੁੱਝ ਜਾਏਗਾ ਤੇ ਅੰਦਰ ਆਪਣੇ ਗਿਆਨ ਪ੍ਰਗਟ ਕਰ ਲੇਗਾ। आई एम सॉरी जी, ओके 1 सेकेंड। ओहो 1 सेकेंड जी। ओप माफ़ करना जी, मैं ना ਜਿਹੜਾ ਹੈਗਾ ਵਿਚਾਰ ਦੇ ਵਿੱਚ ਚਲੇ ਗਏ ਸੀਗੇ ਤੇ ਨਹੀਂ ਯਾਦ ਰਿਹਾ। ਮਾफ़ ਕਰਨਾ ਜੀ, ਬਹੁਤ ਬਹੁਤ। ਕੋਈ ਨਹੀਂ। ਹਾਂਜੀ ਬਹੁਤ ਭੁੱਲ ਗਿਆ ਸੀਗਾ। ਹਾਂ, ਉਹ ਨਾ ਐਕਚੁਅਲੀ ਜਿਹੜਾ ਹੈਗਾ ਉਹ ਮੇਰੇ ਡਿਸਪਲੇ ਨਹੀਂ ਹੋ ਰਹੇ ਸੀਗੇ, ਪਤਾ ਨਹੀਂ ਇਹਦੇ ਉੱਤੇ। ਬਹੁਤ ਮਿਹਰਬਾਨੀ ਤੁਹਾਡੀ। ਹਾਂਜੀ ਨਹੀਂ, ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਇਹ ਨਾ ਬਹੁਤ ਕੀਮਤੀ ਗਿਆਨ ਸੀਗਾ ਜੀ। ਇਹਦੇ ਵਿੱਚ ਲੇਖੇ ਦੇ ਬਾਰੇ ਗੱਲ ਹੋ ਰਹੀ ਸੀਗੀ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ। ਅਸੀਂ ਪੱਟੀ ਦੇ ਉੱਤੇ ਹੈਗੇ ਹਾਂ। 432 ਅੰਗ ਤੋਂ ਗਿਆਨ ਸ਼ੁਰੂ ਕੀਤਾ ਸੀਗਾ ਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਸੱਸੇ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿੱਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਕਹਿੰਦੇ ਜਿਹੜੇ ਉਸ ਮਾਲਕ ਦੀ ਸੇਵਾ ਕਰਦੇ ਆ, ਉਹ ਮਾਲਕ ਨੂੰ ਯਾਦ ਕਰਦੇ ਆ, ਜਿਹੜੇ ਮਾਇਆ ਨੂੰ ਭੁੱਲਦੇ ਆ, ਸੰਸਕਾਰਾਂ ਨੂੰ ਭੁੱਲਦੇ ਆ, ਲੇਖੇ ਨੂੰ ਭੁੱਲਦੇ ਆ, ਜਿਹੜੀ ਸੰਸਕਾਰ ਬਣੇ ਹੋਏ ਆ, ਇਸ ਤਰੀਕੇ ਦੇ ਨਾਲ ਮਨ ਜਿਹੜਾ ਹੈਗਾ ਉਹਨਾਂ ਲੀਹਾਂ ਦੇ ਵਿੱਚ ਨਹੀਂ ਜਾਂਦਾ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਵੀਰਾ ਤਉ ਪੜਿਆ। ਕਹਿੰਦੇ ਕਿਉਂ ਮੇਰੇ ਮਨਾ ਭੁੱਲ ਜਾਣਾ ਹੈ ਤੂੰ, ਕਿਉਂ ਭੁੱਲ ਜਾਣਾ ਹੈ? ਦੁਨੀਆ ਦੇ ਵਿੱਚ ਮਨੁੱਖ ਜੂਨ ਪਾਈ ਹੋਈ ਆ ਤੇ ਮੂਰਖਤਾ ਕਰ ਰਿਹਾ ਆ। ਫਿਰ ਜਦ ਲੇਖਾ ਦੇਵੇਂਗਾ ਤਾਂ ਤੂੰ ਪੜਿਆ ਕਿਹਾ ਜਾਏਗਾ ਤੈਨੂੰ, ਨਹੀਂ ਤਾਂ ਜਿਹੜਾ ਹੈਗਾ ਤੂੰ ਇਹ ਅੱਖਰ ਨਹੀਂ ਪੜ੍ਹੇ, ਨਹੀਂ ਬੁੱਝਿਆ, ਤੈਨੂੰ ਪੜ੍ਹਿਆ ਨਹੀਂ ਕਿ ਬਾਣੀ ਨਹੀਂ ਮੰਨਦੀ ਪੜ੍ਹਿਆ। ਜਿਹੜਾ ਧਿਆਨ ਸਿਮਰਨ ਕਰਦਾ ਬਾਣੀ ਉਹਨੂੰ ਮੰਨਦੀ ਹੈ ਪੜ੍ਹਿਆ ਹੋਇਆ ਭਾਈ। ਜਿਹੜਾ ਆਪਣੀ ਲੀਹਾਂ ਮਟਾਉਂਦਾ ਹੈ ਬਾਣੀ ਉਹਨੂੰ ਮੰਨਦੀ ਹੈ ਪੜ੍ਹਿਆ ਹੋਇਆ। ਅਸੀਂ ਉਹਦੇ ਵਿੱਚ ਵਟਸਐਪ ਦੇ ਉੱਤੇ ਜਿਹੜਾ ਹੈਗਾ ਗਰੁੱਪ ਦੇ ਵਿੱਚ ਪਾਇਆ ਲੇਖੇ ਦੇ ਬਾਰੇ, ਕਿਉਂਕਿ ਲੇਖੇ ਤੋਂ ਹੀ ਸ਼ੁਰੂ ਹੋਣੀ ਸੀ ਇਹ ਬਾਣੀ। ਜਬ ਲੇਖਾ ਦੇਵੇਂ ਵੀਰਾ ਤਉ ਪੜਿਆ ਰਹਾ, ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਈੜੀ ਅੱਖਰ ਤੋਂ ਮਹਾਰਾਜ ਗਿਆਨ ਦੇ ਰਹੇ ਆ। ਕਹਿੰਦੇ ਉਹ ਮਾਲਕ ਪਰਮਾਤਮਾ ਸਾਰੀ ਸ੍ਰਿਸ਼ਟੀ ਦਾ ਕਰਤਾ ਉਹੀ ਪੁਰਖ ਹੈਗਾ ਆਦਿ ਤੋਂ, ਔਰ ਸ੍ਰਿਸ਼ਟੀ ਜਿਹੜੀ ਹੈਗੀ ਜਦ ਖਤਮ ਹੋਏਗੀ ਇਹਦੇ ਐਂਡ ਤੱਕ ਵੀ ਉਹੀ ਰਹੇਗਾ, ਔਰ ਇਸ ਤੋਂ ਬਾਅਦ ਵੀ ਉਹੀ ਰਹੇਗਾ। ਈਵੜੀ ਆਦਿ ਪੁਰਖ ਹੈ ਦਾਤਾ। ਸ੍ਰਿਸ਼ਟੀ ਤੋਂ ਪਹਿਲਾਂ ਵੀ ਉਹ ਸੀਗਾ, ਸ੍ਰਿਸ਼ਟੀ ਤੋਂ ਬਾਅਦ ਵੀ ਰਹੇਗਾ, ਹੁਣ ਵੀ ਹੈਗਾ। ਈਵੜੀ ਆਦਿ ਪੁਰਖ ਹੈ ਦਾਤਾ, ਆਪੇ ਸੱਚਾ ਸੋਈ। ਉਹ ਸੱਚਾ ਹੈ, ਅਬਨਾਸੀ ਹੈਗਾ। ਇਹਨਾਂ ਅੱਖਰਾਂ ਮੈਂ ਜੋ ਗੁਰਮੁਖੇ ਬੂਝੈ, ਤਿਸ ਸਿਰ ਲੇਖ ਨਾ ਹੋਈ। ਇਹ ਅੱਖਰ ਹੈਗੇ ਭਾਈ, ਗਿਆਨ ਅੱਖਰਾਂ ਦੇ ਵਿੱਚ ਹੀ ਮਿਲ ਸਕਦਾ ਆਪਾਂ ਨੂੰ। ਕੋਈ ਜਿਹੜੇ ਹੈਗੇ ਗੁਰੂ, ਜੇ ਬ੍ਰਹਮ ਗਿਆਨੀ ਫਿਜ਼ੀਕਲ ਸਰੀਰ ਦੇ ਵਿੱਚ ਵੀ ਹੋਣਗੇ ਤਾਂ ਵੀ ਕਿਸੇ ਨੂੰ ਜਿਹੜਾ ਹੈਗਾ ਜੇ ਉਹਨਾਂ ਨੇ ਗਾਈਡ ਕਰਨਾ ਹੈ ਤੇ ਅੱਖਰਾਂ ਦੇ ਨਾਲ ਹੀ ਗਾਈਡ ਕਰ ਸਕਦੇ ਹਾਂ ਆਪਾਂ, ਬੋਲ ਕੇ ਹੀ ਗਾਈਡ ਕਰ ਸਕਦੇ ਹਾਂ।
ਇਹਨਾਂ ਅੱਖਰਾਂ ਮੈਂ ਜੋ ਗੁਰਮੁਖੇ ਬੂਝੇ, ਗੁਰੂ ਤੋਂ ਜਿਹੜਾ ਬੁੱਝ ਜਾਏਗਾ ਇਹ ਅੱਖਰਾਂ ਦੇ ਵਿੱਚ, ਤਿਸ ਸਿਰ ਲੇਖ ਨਾ ਹੋਈ। ਉਹ ਫਿਰ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ ਇਹ ਆਪਣੇ ਪਰਮੇਸ਼ਰ ਦੇ ਨਾਲ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਿਹੜਾ ਹੈਗਾ ਮਹਿਸੂਸ ਕਰਕੇ ਅੰਗ ਸੰਗ ਪਰਮਾਤਮਾ ਨੂੰ ਜਿਹੜਾ ਹੈਗਾ, ਕਿਉਂਕਿ ਮਾਲਕ ਅੰਗ ਸੰਗ ਹੈ, ਜਦ ਮਾਲਕ ਅੰਗ ਸੰਗ ਹੋ ਗਿਆ ਤੇ ਫਿਰ ਜਿਹੜਾ ਹੈਗਾ ਫਿਰ ਇਨਸਾਨ ਜਿਹੜਾ ਹੈਗਾ ਉਹ ਲੀਹਾਂ ਦੇ ਵਿੱਚ ਨਹੀਂ ਜਾਂਦਾ ਪਾਏ, ਉਹ ਸੰਸਕਾਰਾਂ ਦੇ ਵਿੱਚ। ਇਸ ਤਰ੍ਹਾਂ ਉਹ ਸੰਸਕਾਰ ਮਿਟਦੇ ਆ। ਇਹਨਾਂ ਅੱਖਰਾਂ ਵਿੱਚ ਜੋ ਗੁਰਮੁਖੇ ਬੂਝੇ ਤਿਸ ਸਿਰ ਲੇਖ ਨਾ ਹੋਈ। ਊੜੇ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ। ਇੱਥੇ ਸੀਗੇ ਅਸੀਂ, ਊੜੇ ਅੱਖਰ ਤੋਂ ਕਹਿ ਰਹੇ ਮਹਾਰਾਜ, ਕਹਿੰਦੇ ਭਾਈ ਜੇ ਤੂੰ ਸਿਫਤ ਸਲਾਹ ਕਰਨੀ ਆ ਤੇ ਉਸ ਮਾਲਕ ਪਰਮਾਤਮਾ ਦੀ ਕਰ ਜਿਹਦਾ ਕਿ ਅੰਤ ਨਹੀਂ ਪਾਇਆ ਜਾ ਸਕਦਾ। ਊੜੇ ਉਪਮਾ ਤਾਂ ਕਿ ਬਾਕੀ ਸਾਰਿਆਂ ਦਾ ਅੰਤ ਹੈਗਾ, ਜਿਹੜਾ ਵੀ ਦੁਨੀਆ 'ਚ ਜੋ ਵੀ ਦਿਸ ਰਿਹਾ ਆ ਉਹਦੀ ਉਪਮਾ ਕਰੇਗਾ ਤੇ ਉਹਨੇ ਮਿਟ ਜਾਣਾ ਹੈ। ਊੜੇ ਉਪਮਾ ਤਾਂ ਕੀ ਕੀਜੈ ਜਾ ਕਾ ਅੰਤ ਨਾ ਪਾਇਆ। ਸੇਵਾ ਕਰੇ ਸਹੀ ਫਲ ਪਾਵੇਂ ਜਿਨਹੀ ਸੱਚ ਕਮਾਇਆ। ਜਿਹੜੇ ਆ ਸੇਵਾ ਕਰਦੇ ਆ ਉਹਨਾਂ ਨੂੰ ਫਲ ਪ੍ਰਾਪਤ ਹੋ ਜਾਂਦਾ ਹੈ। ਇੱਕ ਵੀ ਜਿਹੜਾ ਹੈਗਾ ਫੇਲੂਅਰ ਨਹੀਂ ਹੈਗਾ, ਇੱਕ ਵੀ ਅਸਫਲ ਨਹੀਂ ਹੈਗਾ। ਇਸ ਤੇ 100% ਸਕਸੈਸ ਹੈਗੀ। ਜਿਹੜਾ ਵੀ ਸੇਵਾ ਕਰੇਗਾ। ਸੇਵਾ ਕਰੇ ਸਹੀ ਫਲ ਪਾਵੇਂ ਜਿਨਹੀ ਸੱਚ ਕਮਾਇਆ। ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੁੰਦੀ, ਸੱਚ ਨੂੰ ਕਮਾਇਆ ਹੁੰਦਾ ਹੈ। ਜਿਨ੍ਹਾਂ ਨੇ ਸੱਚ ਕਮਾਇਆ ਉਹ ਸੱਚ ਹੋ ਗਏ, ਉਹ ਵੀ ਅਬਨਾਸੀ ਹੋ ਗਏ ਮਾਲਕ ਪਰਮਾਤਮਾ ਦੇ ਨਾਲ। ਜੁਗਾਂ ਤੱਕ ਜਿਹੜੇ ਹੈਗੇ ਮਾਲਕ ਦਾ ਸਾਥ ਹਮੇਸ਼ਾ ਰਹੇਗਾ ਉਹਨਾਂ ਨੂੰ। ਸੇਵਾ ਕਰੇ ਸਹੀ ਫਲ ਪਾਵੇਂ ਜਿਨਹੀ ਸੱਚ ਕਮਾਇਆ। ਗੰਗਾ ਗਿਆਨ ਬੂਝੈ ਜੇ ਕੋਈ ਪੜ੍ਹਿਆ ਪੰਡਤ ਸੋਈ। ਕਹਿੰਦੇ ਬਸ ਜਿਹੜਾ ਇਸ ਗਿਆਨ ਨੂੰ ਬੁੱਝ ਗਿਆ ਤੇ ਉਹ ਕਮਾਈ ਕਰੇਗਾ ਤੇ ਆਪਣਾ ਗਿਆਨ ਉਹਦੇ ਅੰਦਰ ਪ੍ਰਗਟ ਹੋ ਜਾਏਗਾ। ਉਹ ਪੜ੍ਹਿਆ ਆ ਤੇ ਉਹ ਗਿਆਨੀ ਹੈਗਾ ਭਾਈ। ਬਾਕੀ ਗਿਆਨੀ ਨਹੀਂ ਮੰਨਦੀ ਬਾਣੀ। ਜਿਹੜਾ ਆਪਣੇ ਲੇਖੇ ਵੱਲ ਹੀ ਨਹੀਂ ਦੇਖ ਰਿਹਾ, ਜਿਹੜਾ ਆਪਣੇ ਸੰਸਕਾਰ ਨਹੀਂ ਮਿਟਾ ਰਿਹਾ, ਉਹ ਕਾਹਦਾ ਗਿਆਨੀ ਹੈਗਾ, ਉਹ ਕਾਹਦਾ ਪੜ੍ਹਿਆ ਹੋਇਆ ਹੈ। ਉਹਨੇ ਕਿੱਥੋਂ ਬੁੱਝ ਲਿਆ ਗਿਆਨ ਨੂੰ। ਗੰਗਾ ਗਿਆਨ ਬੂਝੈ ਜੇ ਕੋਈ ਪੜ੍ਹਿਆ ਪੰਡਤ ਸੋਈ। ਸਰਬ ਜੀਆਂ ਮੈਂ ਇੱਕੋ ਜਾਣੇ ਤਾਂ ਹਉਮੈ ਕਹੈ ਨਾ ਕੋਈ। ਸਾਰੇ ਜੀਵਾਂ ਦੇ ਵਿੱਚ ਇੱਕ ਮਾਲਕ ਪਰਮਾਤਮਾ ਨੂੰ ਜਾਣੇ ਤੇ ਫਿਰ ਦੂਸਰਾ ਕਿਹੜਾ ਹੋ ਗਿਆ ਭਾਈ। ਫਿਰ ਹਉਮੈ ਕਾਹਦੀ ਹੋ ਗਈ। ਫਿਰ ਤਾਂ ਉਹਦੇ ਵਿੱਚ ਵੀ ਉਹੀ ਮਾਲਕ ਪਰਮਾਤਮਾ, ਸਾਰਿਆਂ ਦੇ ਵਿੱਚ ਮਾਲਕ ਉਹੀ ਮਾਲਕ ਹੈਗਾ। ਉਸ ਤੋਂ ਇਲਾਵਾ ਹੈ ਕੌਣ ਫਿਰ ਮੈਂ ਕੌਣ ਆ। ਮੈਂ ਨਾਮ ਦੀ ਚੀਜ਼ ਤਾਂ ਕੋਈ ਨਹੀਂ ਹੈ। ਫਿਰ ਸਰਬ ਜੀਆਂ ਮੈਂ ਇੱਕੋ ਜਾਣੇ ਤਾਂ ਹਉਮੈ ਕਹੈ ਨਾ ਕੋਈ। ਕੱਕਾ ਕੇਸ ਪੁੰਡਰ ਜਬ ਹੋਏ ਵਿਣ ਸਾਬਣੇ ਉਜਲਿਆ। ਪੁੰਡਰ ਕਹਿੰਦੇ ਉਹ ਪੁੰਡਰਕ ਜਿਹੜਾ ਹੈਗਾ ਕਮਲ, ਚਿੱਟਾ ਕਮਲ, ਕਹਿੰਦੇ ਉਹਦੇ ਵਰਗੇ ਜਦ ਬਾਲ ਹੋ ਗਏ, ਜਦ ਤੇਰੀ ਆਖਰੀ ਅਵਸਥਾ ਆ ਗਈ, ਬੁਢੇਪਾ ਆ ਗਿਆ, ਬਗੈਰ ਸਾਬਣ ਦੇ ਹੀ ਚਿੱਟੇ ਹੋ ਗਏ ਭਾਈ। ਕੱਕਾ ਕੇਸ ਪੁੰਡਰ ਜਬ ਹੋਏ ਬਿਨ ਸਾਬਣੇ ਉਜਲਿਆ। ਜਮ ਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲ ਬੰਧ ਲਿਆ। ਕਹਿੰਦੇ ਆ ਗਏ ਭਾਈ ਉਹ ਜਮਰਾਜ ਦੇ ਜਿਹੜੇ ਹੈਗੇ ਦੂਤ, ਕਿਉਂਕਿ ਉਹਨਾਂ ਨੇ ਜੀਵ ਨੂੰ ਲੈ ਕੇ ਜਾਣਾ ਹੈ, ਸਰੀਰ ਤੋਂ ਕੱਢਣਾ ਹੈ ਭਾਈ। ਐਵੇਂ ਤਾਂ ਨਹੀਂ ਨਿਕਲਦਾ ਸਰੀਰ ਚੋਂ ਜਿਹੜੀ ਹੈਗੀ ਜੀਵ। ਜਮ ਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲ ਬੰਧ ਲਿਆ। ਮਾਇਆ ਦੇ ਸੰਗਲਾਂ ਦੇ ਨਾਲ ਪਹਿਲਾਂ ਹੀ ਬੰਨਿਆ ਹੋਇਆ ਸੀਗਾ, ਲੈ ਗਏ ਭਾਈ ਬੰਨ ਕੇ। ਚਾਰਜਸ ਲੱਗ ਗਏ ਭਾਈ। ਆ ਮਾਇਆ ਦੇ ਸੰਗਲ ਲੱਗੇ ਹੋਏ ਆਪਾਂ ਨੇ ਜਿੱਥੇ ਜਿਸ ਕਾਰਨ ਸਰੀਰ ਹੈਗਾ, ਜਿਹੜੀਆਂ ਸੰਸਕਾਰ ਹੈਗੇ ਆ, ਜਿਹੜਾ ਲੇਖਾ ਹੈਗਾ, ਉਹੀ ਬੰਧਨ ਹੈਗੇ। ਜਮ ਰਾਜੇ ਕੇ ਹੇਰੂ ਆਏ ਮਾਇਆ ਕੇ ਸੰਗਲ ਬੰਧ ਲਿਆ। ਖਖੈ ਖੁੰਦਕਾਰ ਸ਼ਾਹ ਆਲਮ ਕਰ ਖਰੀਦ ਜਿਨੇ ਖਰਚ ਦਿਆ। ਖੱਖੇ ਅੱਖਰ ਤੋਂ ਗਿਆਨ ਦੇ ਰਹੇ ਮਹਾਰਾਜ ਭਾਈ, ਜੇ ਤੂੰ ਇਹ ਜਮ ਦੇ ਸੰਗਲਾਂ ਤੋਂ ਬਚਣਾ ਚਾਹੁੰਦਾ ਆ, ਜੇ ਇਹ ਲੀਹਾਂ ਤੋਂ ਬਚਣਾ ਚਾਹੁੰਦਾ ਆ ਪਿਆਰਿਆ, ਤੇ ਉਹ ਖੁੰਦਕਾਰ ਖੁਦਾਵੰਤ ਸ਼ਾਹ ਆਲਮ, ਸਾਰੇ ਸੰਸਾਰ ਦਾ ਆਲਮ ਦਾ ਸ਼ਾਹ ਮਾਲਕ, ਉਸ ਦੇ ਨਾਲ ਜੁੜ ਜਾ। ਕਰ ਖਰੀਦ, ਤੈਨੂੰ ਖਰੀਦਣ ਵਾਸਤੇ, ਖਰੀਦ ਫਰੋਖਤ ਕਰਨ ਵਾਸਤੇ ਜਿਹਨੇ ਖਰਚ ਦਿਆ, ਉਹਨੇ ਤੈਨੂੰ ਖਰਚ ਦੇ ਕੇ ਭੇਜਿਆ ਹੈਗਾ ਕੁਛ ਕਰਨ ਵਾਸਤੇ। ਤੂੰ ਉਹਦਾ ਐਂਪਲਾਈ ਹੈਗਾ ਆ।
ਖਾਖੇ ਖੁੰਦਕਾਰ ਸ਼ਾਹ ਆਲਮ ਕਰ ਖਰੀਦ, ਖਰੀਦ ਕਰ ਤੈਨੂੰ ਧਨ ਦਿੱਤਾ ਹੋਇਆ ਸਵਾਸਾਂ ਦਾ ਮਾਲਕ ਨੇ, ਤੈਨੂੰ ਸਰੀਰ ਦਿੱਤਾ ਹੋਇਆ, ਤੈਨੂੰ ਸਾਰਾ ਕੁਝ ਖਾਣ ਪੀਣ ਨੂੰ, ਸਾਰਾ ਜਿਹੜਾ ਭੋਗ ਵਿਲਾਸ ਕਰਨ ਨੂੰ ਮਾਲਕ ਪਰਮਾਤਮਾ ਦੇ ਰਿਹਾ ਹੈ ਤੈਨੂੰ ਸਾਰਾ ਕੁਝ। ਇਹ ਖਰੀਦ ਕਰਨ ਵਾਸਤੇ ਦਿੱਤਾ ਹੈ ਤੈਨੂੰ, ਇਸ ਵਾਸਤੇ ਦੇ ਰਿਹਾ ਹੈ ਮਾਲਕ ਪਰਮਾਤਮਾ। ਇਹ ਖੇੜਿਆ ਮਾਲਕ ਪਰਮਾਤਮਾ ਦੀ। ਖਖੈ ਖੁੰਦਕਾਰ ਸ਼ਾਹ ਆਲਮ ਕਰ ਖਰੀਦ ਜਿਹਨੇ ਖਰਚ ਦਿਆ, ਖਰਚ ਦਿੱਤਾ ਹੈ ਪਿਆਰਿਓ। ਖਰਚੀ ਜਾ ਰਹੇ ਹਾਂ ਆਪਾਂ ਵੇਸਟ ਕਰੀ ਜਾ ਰਹੇ ਹਾਂ ਉਹਦੇ ਧਨ ਨੂੰ। ਕਦ ਤੱਕ ਜਿਹੜਾ ਹੈਗਾ, ਕਦ ਤੱਕ ਪੂਰਾ ਸਰੀਰ, ਪੂਰਾ ਜੀਵਨ ਜਿਹੜਾ ਹੈਗਾ, ਪੂਰੀ ਉਮਰ ਵੇਸਟ ਕਰ ਦਿੱਤੀ। ਕਿਉਂ ਨਹੀਂ ਆਪਾਂ ਜਿਹੜੇ ਮੁਜਰਿਮ ਹੋਏ ਪਾਏ। ਖਖੇ ਖੁੰਦਕਾਰ ਸ਼ਾਹ ਆਲਮ ਕਰ ਖਰੀਦ ਜਿਹਨੇ ਖਰਚ ਦਿਆ, ਬੰਦ ਨੇ ਜਾ ਕੇ ਸਭ ਜਗ ਬਾਂਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਦੇਖ ਲਾ ਪਿਆਰੇ, ਸਾਰਾ ਸੰਸਾਰ ਜਿਹੜਾ ਹੈਗਾ ਮਾਲਕ ਨੇ ਇਸ ਤਰੀਕੇ ਨਾਲ ਬੰਨਿਆ ਹੋਇਆ ਹੈ, ਇਸ ਸੰਸਕਾਰਾਂ ਦੇ ਨਾਲ। ਸਾਰਾ ਸੰਸਾਰ ਜਿਹੜਾ ਹੈਗਾ ਮਾਇਆ ਦੇ ਨਾਲ, ਇਹ ਮੋਹ ਮਿੱਠੇ ਸਵਾਦ ਪਾ ਕੇ ਮਾਲਕ ਨੇ ਬੰਨ ਲਿਆ ਸਾਰੇ ਸੰਸਾਰ ਨੂੰ। ਬੰਦ ਨੇ ਜਾ ਕੇ ਸਭ ਜਗ ਬਾਂਧਿਆ, ਆਵਰੀ ਕਾ ਨਹੀਂ ਹੁਕਮ ਕੀਆ। ਹੋਰ ਕਿਸੇ ਦਾ ਕਿਹਦਾ ਹੁਕਮ ਚੱਲ ਰਿਹਾ ਭਾਈ? ਉਸੇ ਮਾਲਕ ਦਾ ਹੁਕਮ ਹੈਗਾ, ਜਿਹਦਾ ਹੁਕਮ ਹੈ, ਜੋ ਚਾਹੁੰਦਾ ਹੈ ਉਹ ਕਰੀਏ ਆਪਾਂ। ਔਰ ਆਪਾਂ ਇਕੱਲੇ ਥੋੜ੍ਹਾ ਨਾ, ਸਾਰਾ ਸੰਸਾਰ ਹੈਗਾ ਇਸ ਦੇ ਵਿੱਚ, ਸਾਰਾ ਸੰਸਾਰ ਹੈ, ਆਪਾਂ ਉਹਦੇ ਵਿੱਚ। ਆਪਾਂ ਕੀ ਹੈਗੇ ਹਾਂ ਸੰਸਾਰ ਦੇ ਵਿੱਚ? ਬੰਦ ਨੇ ਜਾ ਕੇ ਸਭ ਜਗ ਬਾਂਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਹੋਰ ਕਿਸੇ ਦਾ ਹੁਕਮ ਨਹੀਂ ਹੈਗਾ। ਗੱਗੇ ਗੋਏ ਗਾਏ ਜਿਹਨੇ ਛੋਡੀ, ਬਸ ਆਪਾਂ ਕੀ ਕਰਦੇ ਹਾਂ? ਆਪਾਂ ਇਹ ਗੋਏ ਗਾਏ ਇਹ ਛੱਡ ਦਿੰਦੇ ਹਾਂ। ਇਹ ਗੋਏ ਗਾਏ ਕੀ ਹੋਈ? ਗੋਏ ਕਹਿੰਦੇ ਆ ਜਿਸ ਤਰ੍ਹਾਂ ਜਿਹੜੇ ਹੈਗੇ ਮਿੱਟੀ ਨੂੰ ਗੁੰਦ ਦਈਏ, ਆਟੇ ਨੂੰ ਗੁੰਦ ਦਈਏ, ਇਸ ਤਰੀਕੇ ਦੇ ਨਾਲ ਕਹਿੰਦੇ ਗਾਏ ਕਹਿੰਦੇ ਆ ਸਿਫਤ ਕਰਨੀ, ਗਾਉਣਾ, ਉਸ ਮਾਲਕ ਪਰਮਾਤਮਾ ਦੀ ਬੰਦਗੀ ਕਰਨੀ। ਗੱਗੇ ਅੱਖਰ ਤੋਂ ਗਿਆਨ ਦੇ ਰਹੇ। ਗੱਗੇ ਗੋਏ ਗਾਏ ਜਿਹਨੇ ਛੋਡੀ, ਜਿਹਨੇ ਛੱਡ ਦਿੱਤੀ ਇਹ ਬੰਦਗੀ, ਜਿਹਨੇ ਧਿਆਨ ਸਿਮਰਨ ਛੱਡ ਦਿੱਤਾ, ਜਿਹਨੇ ਜਿਹੜਾ ਜਿਸ ਦੇ ਵਾਸਤੇ ਖਰੀਦ ਕਰਨ ਵਾਸਤੇ ਜਿਹੜਾ ਹੈਗਾ ਖਰਚ ਦਿੱਤਾ ਸੀ, ਉਹ ਖਰੀਦ ਨਹੀਂ ਕੀਤੀ। ਗੱਲੀ ਗੋਬਿੰਦ ਗਰਭ ਪਿਆ, ਉਹ ਖਾਲੀ ਗੱਲਾਂ ਬਾਤਾਂ ਬਸ। ਹਾਂ, ਗੱਲਾਂ ਬਾਤਾਂ ਜ਼ਰੂਰ ਮੇਰੇ ਵਾਂਗੂ ਕਰਦਾ ਹੈ ਭਾਈ। ਗੱਲੀ ਗੋਬਿੰਦ ਗਰਭ ਪਿਆ। ਔਰ ਕਹਿੰਦੇ ਉਹਨੂੰ ਫਿਰ ਜਿਹੜਾ ਹੈਗਾ ਇਹਦਾ ਹੀ ਜਿਹੜੀ ਹੈਗੀ ਹਉਮੈ ਆ ਜਾਏਗੀ। ਇਹ ਗਿਆਨ ਦੀ ਜਿਹੜੀ ਹੈਗੀ, ਇਹ ਅੱਖਰ ਜੋ ਗਿਆਨ ਹੈ ਪਰਮਾਤਮਾ ਦਾ, ਗੁਰੂਆਂ ਦਾ ਗਿਆਨ ਹੈਗਾ। ਆਪਾਂ ਕੌਣ ਹੁੰਦੇ ਭਾਈ ਇਹਦੇ ਗਿਆਨ ਦੇ ਜਿਹੜੇ ਹੈਗੇ, ਆਪਾਂ ਜਿਹੜੇ ਹੈਗੇ ਇਹਦਾ ਮਾਣ ਕਰੀਏ। ਗੱਗੇ ਗੋਏ ਗਾਏ ਜਿਹਨੇ ਛੋਡੀ, ਗੱਲੀ ਗੋਬਿੰਦ ਗਰਭ ਪਿਆ। ਕਹਿੰਦੇ ਫਸ ਫਿਰ ਜਿਹੜਾ ਹੈਗਾ ਉਹਨੂੰ ਇਸ ਚੀਜ਼ ਦਾ ਹੀ ਜਿਹੜਾ ਹੈਗਾ ਉਹਦੇ ਅੰਦਰ ਹਉਮੈ ਆ ਜਾਣੀ। ਘੜ ਭਾਂਡੇ ਜਿਹਨੇ ਆਵੀ ਸਾਜੀ, ਚਾੜਨ ਵਾਹੈ ਤਈ ਕੀਆ। ਹੁਣ ਫਿਰ ਕਹਿੰਦੇ ਆ ਇਹਦੇ ਵਾਸਤੇ ਫਿਰ ਜਿਹੜਾ ਹੈਗਾ ਹੁਣ ਲੇਖਾ ਹੈਗਾ, ਫੜ ਲਿਆ ਉੱਥੇ ਸਰੀਰ ਵੱਖ ਕਰ ਲਿਆ, ਜੀਵ ਨੂੰ ਲੈ ਗਏ। ਹੁਣ ਜੀਵ ਨੂੰ ਲੈ ਗਏ ਤੇ ਫਿਰ ਉਹਦਾ ਕੀ ਹੋਣਾ ਹੈ ਭਾਈ? ਕੀ ਕਰ ਸਕਦੇ ਆ ਹੁਣ ਉੱਥੇ ਉਸ ਜਗ੍ਹਾ ਤੇ? ਅਲਟੀਮੇਟਲੀ ਕੀ ਹੋਏਗਾ? ਇਹ ਸਰੀਰ, ਇਹ ਭਾਂਡੇ ਹੈਗੇ ਸਾਰੇ ਦੇ ਸਾਰੇ। ਫਿਰ ਇਹ ਭਾਂਡਿਆਂ ਨੂੰ ਜਿਹੜਾ ਹੈਗਾ, ਜਿਵੇਂ ਜਿਹੜਾ ਹੈਗਾ ਭਾਂਡਿਆਂ ਨੂੰ ਕੀ ਕਰੀਦਾ ਹੈ, ਕੀ ਕਰਦਾ ਹੈ ਕੁਮਾਰ ਭਾਂਡੇ ਬਣਾਉਂਦਾ ਹੈ। ਭਾਂਡੇ ਬਣਾ ਕੇ ਫਿਰ ਜਿਹੜਾ ਉਹਨਾਂ ਨੂੰ ਸੇਕ ਦਿੰਦਾ ਹੈ, ਅਲੱਗ-ਅਲੱਗ ਭਾਂਡੇ ਨੂੰ ਅਲੱਗ-ਅਲੱਗ ਸੇਕ ਦਿੰਦਾ ਹੈ। ਉਹ ਸੇਕ ਦੇ ਕੇ ਪੱਕੇ ਕਰਦਾ ਹੈ। ਐਸੇ ਤਰੀਕੇ ਦੇ ਨਾਲ ਮਾਲਕ ਨੇ 84 ਲੱਖ ਜੂਨਾਂ ਬਣਾਈਆਂ ਆ, ਔਰ ਸੇਕ ਦਿੰਦਾ ਹੈ ਉਹਨਾਂ ਦੇ ਵਿੱਚ, ਆਪਾਂ ਨੂੰ ਪੱਕੇ ਕਰਦਾ ਹੈ। ਆਵੇ ਤੇ ਚਾੜਦਾ ਇਸ ਤਰੀਕੇ ਦੇ ਨਾਲ। ਇਹ ਆਵੀ ਬਣਾਈ ਹੋਈ ਹੈ ਮਾਲਕ ਪਰਮਾਤਮਾ ਨੇ। 84 ਲੱਖ ਜੂਨਾਂ ਸੰਸਾਰ ਪੂਰਾ ਬਣਾਇਆ ਹੋਇਆ। ਭਾਂਡੇ ਘੜੇ ਹੋਏ, ਘੜੇ ਭਾਂਡੇ ਜਿਹਨੇ ਆਵੀ ਸਾਜੀ, ਚਾੜਨ ਵਾਹੇ ਤਈ ਕੀਆ। ਉਸੇ ਨੇ ਇਹ ਬਣਾਇਆ ਹੈ ਭਾਈ, ਸੇਕ ਲਾਉਣ ਦਾ ਕੰਮ, ਜੂਨਾਂ ਦੇ ਵਿੱਚ ਭੇਜਣ ਦਾ ਕੰਮ। ਕੱਗੇ ਕਾਲ ਸੇਵਕ ਜੇ ਕਾਲੈ, ਸ਼ਬਦੇ ਗੁਰੂ ਕੇ ਲਾਗ ਰਹੇ। ਬਸ ਆਹ ਵੱਜ ਜਾਂਦੇ ਆ ਭਾਈ ਜਿਹੜੇ ਸੇਵਕ ਹੁੰਦੇ ਆ, ਜਿਹੜੇ ਘਾਲਣਾ ਕਰਦੇ ਆ। ਜਿਨੀ ਨਾਮ ਤੇ ਆਇਆ, ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਕੱਗੇ ਘਾਲ ਸੇਵਕ ਜੇ ਕਾਲੇ, ਉਹੀ ਪਾਤਸ਼ਾਹੀ ਇੱਥੇ ਬੋਲ ਰਹੀ ਹੈ ਭਾਈ। ਕੱਗੇ ਘਾਲ ਸੇਵਕ ਜੇ ਕਾਲੈ,
ਸ਼ਬਦੇ ਗੁਰੂ ਕੈ ਲਾਗ ਰਹੇ, ਗੁਰੂ ਦੇ ਸ਼ਬਦ ਦੇ ਨਾਲ ਲੱਗ ਜਾਏ। ਬੁਰਾ ਭਲਾ ਜੇ ਸਮ ਕਰ ਜਾਣੇ, ਇਹਨੇ ਬਿਦ ਸਾਹਿਬ ਰਮਤ ਰਹਿ। ਬੁਰਾ ਭਲਾ ਕਹਿੰਦੇ ਭਾਈ ਕੋਈ ਬੁਰਾ ਕਰ ਰਿਹਾ ਹੈ, ਭਲਾ ਕਰ ਰਿਹਾ ਹੈ ਆਪਾਂ ਨੂੰ, ਜਿਹੜਾ ਹੈਗਾ ਕੋਈ ਚੰਗਾ ਬੋਲ ਰਿਹਾ ਹੈ, ਕੋਈ ਮੰਦਾ ਬੋਲ ਰਿਹਾ ਹੈ, ਸਮ ਕਰਕੇ ਲੈ ਲੈ ਪਾਏ। ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਦੇ ਨਾਲ ਜੁੜਿਆ ਰਹੇ। ਨਹੀਂ ਤਾਂ ਕੀ ਹੋਊਗਾ, ਨਹੀਂ ਤਾਂ ਜਿਹੜੇ ਹੈਗੇ ਆਪਾਂ ਕੋਈ ਆਪਣੀ ਵਡਿਆਈ ਕਰੂਗਾ, ਆਪਾਂ ਫੁੱਕ ਜਾਵਾਂਗੇ ਔਰ ਆਪਾਂ ਉਹਦੇ ਵਿੱਚ ਹੰਕਾਰ ਆ ਜਾਏਗਾ, ਆਪਾਂ ਹਉਮੈ ਆ ਜਾਏਗੀ ਆਪਾਂ ਨੂੰ ਜਿਹੜੇ ਹੈਗੇ ਆ। ਔਰ ਜੇ ਕੋਈ ਬੁਰਾਈ ਕਰ ਦੇਗਾ ਤਾਂ ਉਹਦੇ ਨਾਲ ਆਪਣੀ ਨੈਗੇਟਿਵਿਟੀ ਚੱਲ ਪਏਗੀ ਆਪਣੇ ਨਾਲ। ਨਾ ਤਾਂ ਹਉਮੈ ਦੇ ਨਾਲ ਜਿਹੜਾ ਹੈਗਾ ਕਿਦੀ ਵਡਿਆਈ ਦੇ ਨਾਲ ਆਪਾਂ ਨੂੰ ਕੋਈ ਜਿਹੜਾ ਤਗਮਾ ਮਿਲਿਆ, ਕੋਈ ਜਿਹੜੀ ਹੈਗੀ ਫੀਤੀ ਲੱਗੀ ਆਪਾਂ ਨੂੰ ਇਸ ਸਪਿਰਿਚੁਅਲ ਰਸਤੇ 'ਤੇ, ਨਾ ਹੀ ਜਿਹੜੀ ਹੈਗੀ ਆ ਉਹ ਨੈਗੇਟਿਵਿਟੀ ਦੇ ਨਾਲ ਕੋਈ ਫੀਤੀ ਉਤਰੀ ਆ ਆਪਣੀ। ਪਰ ਮੰਨਣਾ ਹੈ ਨਹੀਂ, ਮਨ ਨੇ ਮੰਨਣਾ ਨਹੀਂ ਹੈਗਾ। ਪਰ ਬਾਣੀ ਕਹਿ ਰਹੀ ਹੈ, ਭਾਈ ਮਹਾਰਾਜ ਤਾਂ ਕਹਿ ਰਹੇ ਆ, ਬੁਰਾ ਭਲਾ ਜੇ ਸਮ ਕਰ ਜਾਣੇ, ਇਨ ਬਿਦ ਸਾਹਿਬ ਰਮਤ ਰਹੇ। ਇਸ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਰਮਿਆ ਜਾ ਸਕਦਾ ਹੈ। ਜੇ ਤੂੰ ਨਹੀਂ ਸਮ ਕਰ ਜਾਣੇਗਾ ਬੁਰੇ ਭਲੇ ਨੂੰ, ਤੇ ਫਿਰ ਪਿਆਰਿਆ ਪਰਮਾਤਮਾ ਦੇ ਨਾਲ ਤਾਂ ਰਮਿਆ ਨਹੀਂ ਜਾਏਗਾ। ਬਾਕੀ ਆਪਣੀ ਯਾਤਰਾ ਤੂੰ ਜਿਸ ਤਰ੍ਹਾਂ ਚਲਾ ਰਿਹਾ ਚਲਾਈ ਜਾ। ਘੱਗਾ ਕਾਲ ਸੇਵਕ ਜੇ ਕਾਲ ਹੈ, ਸ਼ਬਦ ਦੇ ਗੁਰੂ ਕੇ ਲਾਗ ਰਹੇ। ਇਸ ਤੋਂ ਅੱਗੇ ਜਾਣਾ ਹੈ, ਸ਼ਬਦ ਦੇ ਗੁਰੂ ਤੋਂ ਅੱਗੇ ਚੱਲਣਾ ਹੈ। ਕਿਵੇਂ? ਬੁਰਾ ਭਲਾ ਜੇ ਸਮ ਕਰ ਜਾਣੇ। ਆ ਰੁਕਾਵਟ ਹੈ ਰਸਤੇ ਦੇ ਵਿੱਚ, ਨਹੀਂ ਤਾਂ ਇਸੇ ਕਲਾਸ 'ਚ ਬੈਠੇ ਰਵਾਂਗੇ ਆਪਾਂ। ਬੁਰਾ ਭਲਾ ਜੇ ਸਮ ਕਰ ਜਾਣੇ, ਇਹਨੇ ਬਿਦ ਸਾਹਿਬ ਰਮਤ ਰਹਿ। ਚੱਚੇ ਚਾਰ ਵੇਦ ਜਿਨੇ ਸਾਜੇ, ਚਾਰੇ ਖਾਣੀ ਚਾਰ ਜੁਗਾ। ਚਾਰ ਵੇਦ ਦੇਖ ਲਓ, ਗਿਆਨ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਨੇ ਚਾਰ ਬ੍ਰਹਮ ਗਿਆਨੀਆਂ ਤੋਂ ਗਿਆਨ ਦਿੱਤਾ। ਮਾਲਕ ਨੇ ਚਾਰ ਵੇਦ ਸਾਜ ਦਿੱਤੇ, ਚਾਰੇ ਖਾਣੀਆਂ ਬਣਾਤੀਆਂ ਮਹਾਰਾਜ ਨੇ, ਅੰਡਜ ਜੇਰਜ ਸੇਤਜ ਉਤਪੁਜ। ਚਾਰ ਯੁੱਗ ਬਣਾਤੇ ਮਾਲਕ ਪਰਮਾਤਮਾ ਨੇ। ਯੁੱਗ ਕੀ ਹੈਗੇ? ਯੁੱਗ ਹੈਗੇ ਭਾਈ ਜਦ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈਗੀ ਮਾਇਆ ਦੀ ਜਿਹੜੀ ਹੈਗੀ ਆ, ਜਦ ਜਿਹੜੀ ਹੈਗੀ ਆ ਇਹ ਬਿਲਕੁਲ ਨਹੀਂ ਹੁੰਦੀ, ਘੱਟ ਹੁੰਦੀ ਆ, ਉਹਨੂੰ ਸਤਯੁਗ ਕਹਿ ਦਿੰਦੇ ਆ। ਸੋਰਸਿਸ ਹੀ ਹੈ ਨਹੀਂ ਗੇ, ਅਤੇ ਫਿਰ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਫਸੂਗਾ। ਮਾਇਆ ਜਿਹੜੀ ਹੈ, ਮਾਇਆ ਕਿਵੇਂ ਪ੍ਰਭਾਵ ਪਾਊਗੀ ਜ਼ਿਆਦਾ। ਇਸ ਤਰੀਕੇ ਦੇ ਨਾਲ ਕਲਯੁੱਗ ਜਿਹੜਾ ਹੈਗਾ ਮੈਕਸੀਮਮ ਇਹਦੇ ਵਿੱਚ ਜਿਹੜਾ ਹੈਗਾ ਡਿਵੈਲਪਮੈਂਟ ਮੈਕਸੀਮਮ ਹੈਗੀ। ਮੈਕਸੀਮਮ ਜਿਹੜੇ ਹੈਗੇ ਆ ਸਾਧਨ ਹੈਗੇ ਆਪਣੇ ਕੋਲ, ਸੋਰਸਿਸ ਹੈਗੇ ਮੈਕਸੀਮਮ ਇੰਜੋਏ ਦੇ, ਮੈਕਸੀਮਮ ਹੈਗੇ। ਮਾਇਆ ਪੂਰੀ ਤਰ੍ਹਾਂ ਪ੍ਰਬਲ ਹੈਗੀ, ਇਸ ਲਈ ਇਹਨੂੰ ਕਲਯੁੱਗ ਕਹਿੰਦੇ ਆ। ਬਾਕੀ ਹੋਰ ਤਾਂ ਕੋਈ ਇਸ ਤਰ੍ਹਾਂ ਦਾ ਕੋਈ ਉਹ ਤਾਂ ਹੈ ਨਹੀਂ ਗਾ ਬਈ ਜਿਹੜਾ ਹੈਗਾ ਇਸ ਟਾਈਮ ਇੱਥੋਂ ਲੈ ਕੇ ਤੇ ਇੱਥੇ ਤੱਕ ਕਲਯੁੱਗ ਹੈ, ਇੱਥੇ ਤੱਕ ਸਤਯੁੱਗ ਹੈ, ਉਹ ਨਹੀਂ। ਚੱਚੇ ਚਾਰ ਵੇਦ ਜਿਨੇ ਸਾਜੇ, ਚਾਰੇ ਖਾਣੀ ਚਾਰ ਜੁਗਾ। ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਤ ਆਪ ਥੀਆ। ਕਹਿੰਦੇ ਜੁਗਾਂ ਜੁਗਾਂ ਤੋਂ ਉਹੀ ਮਾਲਕ ਪਰਮਾਤਮਾ ਜੋਗੀ ਹੈਗਾ, ਉਹੀ ਮਾਲਕ ਪਰਮਾਤਮਾ ਜੋਗੀ ਹੈਗਾ ਭਾਈ। ਸਭ ਤੋਂ ਵੱਡਾ ਜੋਗੀ ਗਿਆਨੀ ਮਾਲਕ ਪਰਮਾਤਮਾ ਹੈਗਾ। ਸਾਰੀਆਂ ਖਾਣੀਆਂ ਦੇ ਵਿੱਚ ਭੋਗੀ ਵੀ ਉਹੀ ਮਾਲਕ ਪਰਮਾਤਮਾ ਹੈਗਾ। 84 ਲੱਖ ਜੂਨਾਂ ਦੇ ਵਿੱਚ ਪੜ੍ਹਿਆ ਵੀ ਉਹੀ ਹੈਗਾ, ਪੰਡਤ ਵੀ ਉਹੀ ਹੈਗਾ। ਜੁਗ ਜੁਗ ਜੋਗੀ ਖਾਣੀ ਭੋਗੀ, ਪੜ੍ਹਿਆ ਪੰਡਤ ਆਪ ਥੀਆ। ਉਸੇ ਮਾਲਕ ਨੇ ਗਿਆਨ ਦਿੱਤਾ ਹੈ, ਉਸੇ ਮਾਲਕ ਨੇ ਚਾਰ ਖਾਣੀਆਂ ਬਣਾਈਆਂ, ਚਾਰ ਯੁੱਗ ਬਣਾਏ, ਚਾਰ ਵੇਦ ਦਿੱਤੇ। ਛੱਛਾ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਆ। ਆ ਦੇਖੋ ਹੁਣ ਜਿਹੜੀ ਹੈਗੀ ਅਗਿਆਨਤਾ ਆ ਗਈ ਭਾਈ, ਅਗਿਆਨਤਾ ਆ ਗਈ, ਛਾਇਆ ਆ ਗਈ, ਅਵਿਦਿਆ ਆ ਗਈ। ਮਾਲਕ ਨੇ ਕੀਤੀ ਹੈ ਅਵਿਦਿਆ, ਇਹ ਭਰਮ ਭੁਲੇਖਾ ਮਾਲਕ ਨੇ ਬਣਾਇਆ ਆ। ਛੱਛੇ ਛਾਇਆ ਵਰਤੀ ਸਭ ਅੰਤਰ, ਸਾਰਿਆਂ ਦੇ ਅੰਦਰ, ਤੇਰਾ ਕੀਆ ਭਰਮ ਹੋਆ। ਮਾਲਕ ਨੇ ਕੀਤਾ ਹੈ, ਪਰਟੀਕੁਲਰਲੀ ਕੀਤਾ ਹੈ, ਖੇਡ ਚਲਾਉਣੀ ਹੈ ਮਾਲਕ ਨੇ ਤਾਂ ਕੀਤਾ ਹੈ। ਛੱਛੇ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਆ। ਭਰਮ ਉਪਾਏ ਭੁਲਾਈਨ ਆਪੇ, ਤੇਰਾ ਕਰਮ ਹੋਆ ਤਿਨੈ ਗੁਰੂ ਮਿਲਿਆ। ਬਸ ਇਹ ਭਰਮ ਪੈਦਾ ਕਰਕੇ, ਛਾਇਆ ਪਾ ਕੇ, ਅਗਿਆਨਤਾ ਅਵਿਦਿਆ ਪਾ ਕੇ ਭੁਲਾ ਦਿੱਤੀ ਸ੍ਰਿਸ਼ਟੀ।
ਫਿਰ ਇਹਦੇ ਵਿੱਚੋਂ ਫਿਰ ਜਿਹੜਾ ਹੈਗਾ ਜਿਹੜੇ ਨਿਕਲਣਾ ਚਾਹੁੰਦੇ ਆ ਇਹ ਗੇਮ 'ਚੋਂ, ਉਹਨਾਂ 'ਤੇ ਬਖਸ਼ਿਸ਼ ਹੋ ਜਾਂਦੀ ਆ। ਬਖਸ਼ਿਸ਼ ਹੋ ਜਾਂਦੀ ਕੀ ਹੁੰਦਾ ਹੈ? ਤੈਨੂੰ ਗੁਰੂ ਮਿਲਿਆ, ਉਹਨਾਂ ਨੂੰ ਗੁਰੂ ਮਿਲ ਜਾਂਦਾ ਹੈ। ਮਾਲਕ ਜਿਹੜਾ ਹੈਗਾ ਗੇਮ ਤਾਂ ਦੇਖ ਰਿਹਾ, ਇੱਕ ਇੱਕ ਗੋਟੀ ਤਾਂ ਦੇਖ ਰਿਹਾ ਹੈ ਉਹ ਮਾਲਕ ਪਰਮਾਤਮਾ। ਡਾਈਸ ਤਾਂ ਆਪ ਸੁੱਟ ਰਿਹਾ ਹੈ, ਚੌਪੜ ਤਾਂ ਖੋਲ ਕੇ ਬੈਠਾ ਹੋਇਆ ਹੈ, 4 ਯੁਗਾਂ ਦੀ ਚੌਪੜ। ਇਹ ਗੇਮ ਜਿਹੜੀ ਹੈਗੀ ਸਾਹਮਣੇ ਤਾਂ ਬਿਸਾਤ ਵਿਛੀ ਹੋਈ ਹੈ, ਸਾਰੀਆਂ ਗੋਟੀਆਂ ਉਹਦੇ ਸਾਹਮਣੇ ਚੱਲ ਰਹੀਆਂ, ਉਹਨੇ ਤਾਂ ਚਲਾਉਣੀਆਂ ਹੈ ਗੋਟੀਆਂ, ਉਹਨੇ ਡਾਈ ਸੁੱਟਣੀ ਆ। ਜਿਹੜੀ ਗੋਟੀ ਜਿੱਧਰ ਜਾਣਾ ਚਾਹੁੰਦੀ ਆ ਉਹਨੇ ਉੱਧਰ ਉਸ ਘਰ 'ਚ ਪਾ ਦੇਣਾ। ਛੱਛੇ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਪਰਮ ਹੁਆ, ਪਰਮ ਉਪਾਏ ਭੁਲਾਈਨ ਆਪੇ, ਤੇਰਾ ਕਰਮ ਹੁਆ ਤੈਨੇ ਗੁਰੂ ਮਿਲਿਆ। ਜਜੇ ਜਾਨ ਮੰਗਤ ਜਨ ਜਾਚੈ, ਲੱਖ 84 ਭੀਖ ਭਵਿਆ। ਜਜੇ ਜਾਨ, ਉਸ ਮਾਲਕ ਨੂੰ ਜਾਣ ਲਾ ਪਿਆਰਿਆ, ਜੱਜੇ ਅੱਖਰ ਤੋਂ ਗਿਆਨ ਦੇ ਰਹੇ। ਮੰਗਤ ਜਨ ਜਾਚੈ, ਮੰਗਤ ਜਨ ਬਣ ਜਾ, ਜਾਚਨਾ ਕਰ ਉਹਦੇ ਅੱਗੇ, ਮੰਗ ਉਹਦੇ ਅੱਗੇ ਜਿਹੜਾ ਹੈਗਾ, ਪੁਕਾਰ ਕਰ, ਫਰਿਆਦ ਕਰ, ਅਰਦਾਸ ਕਰ। ਜੱਜੇ ਜਾਨ ਮੰਗਤ ਜਨ ਜਾਚੈ, ਲੱਖ 84 ਭੀਖ ਪਿਆ। 84 ਲੱਖ ਨੂੰ ਭੀਖ ਦੇ ਰਿਹਾ ਮਾਲਕ ਪਰਮਾਤਮਾ, ਤੈਨੂੰ ਨਹੀਂ ਦੇਊਗਾ। ਲੱਖ 84 ਭੀਖ ਭਵਿਆ, ਇੱਕੋ ਲੇਵੈ ਇੱਕੋ ਦੇਵੈ, ਅਵਰ ਨਾ ਦੂਜਾ ਮੈਂ ਸੁਣਿਆ। ਦੇਣ ਵਾਲਾ ਵੀ ਉਹੀ ਹੈਗਾ, ਲੈਣ ਵਾਲਾ ਵੀ ਉਹੀ ਹੈਗਾ, ਦੁਨੀਆ 'ਚ ਭੇਜਣ ਵਾਲਾ ਵੀ ਆ, ਜਨਮ ਦੇਣ ਵਾਲਾ ਤੇ ਮੌਤ ਮਾਰਨ ਵਾਲਾ ਵੀ ਉਹੀ ਹੈ। ਉਸ ਤੋਂ ਇਲਾਵਾ ਹੋਰ ਕੋਈ ਦੂਜਾ ਕਹਿੰਦੇ ਮੈਂ ਸੁਣਿਆ ਹੀ ਨਹੀਂ। ਇੱਕੋ ਲੇਵੈ ਇੱਕੋ ਦੇਵੇ, ਅਵਰ ਨਾ ਦੂਜਾ ਮੈਂ ਸੁਣਿਆ। ਚੱਜੇ ਚੋਰ ਮਰੋ ਕਿਆ ਪ੍ਰਾਣੀ, ਜੋ ਕਿਸ ਦੇਣਾ ਸੋ ਦੇ ਰਿਹਾ। ਕਹਿੰਦੇ ਕਿਉਂ ਚੋਰ ਕੇ ਮਰ ਰਿਹਾ ਹੈ ਪਿਆਰਿਆ? ਕਾਹਦੇ ਵਾਸਤੇ? ਮਾਇਆ ਦੇ ਵਾਸਤੇ ਚੋਰ ਰਿਹਾ ਤੂੰ। ਜੋ ਮਾਲਕ ਨੇ ਮਾਇਆ ਤਾਂ ਜਿਹੜੀ ਦੇਣੀ ਆ ਉਹ ਦੇਈ ਜਾ ਰਿਹਾ ਹੈ। ਚੱਜੇ ਚੂਰ ਮਰੋ ਕਿਆ ਪ੍ਰਾਣੀ, ਜੋ ਕਿਸ ਦੇਣਾ ਸੋ ਦੇ ਰਿਹਾ। ਦੇ ਦੇ ਵੇਖੈ ਹੁਕਮ ਚਲਾਏ, ਜਿਉਂ ਜੀਆਂ ਕਾ ਰਿਜ਼ਕ ਪਿਆ। ਕਹਿੰਦੇ ਉਹ ਤਾਂ ਜਿਹੇ ਜਿਹਾ ਰਿਜ਼ਕ ਹੈਗਾ, ਜਿਹੇ ਜੀ ਤੇਰੀ ਪ੍ਰਾਲਬਧ ਹੈਗੀ, ਜਿਹੇ ਜਿਹੇ ਤੇਰੇ ਕਰਮ ਹੈਗੇ, ਜਿਹੇ ਜਿਹਾ ਤੇਰਾ ਲੇਖਾ ਹੈਗਾ, ਦੇ ਦੇ ਜੀ, ਦੇ ਦੇ ਵੇਖੈ। ਉਹ ਤਾਂ ਦੇਖ ਰਿਹਾ ਹੈ ਦੇ ਦੇ ਕੇ, ਹੁਕਮ ਉਹਦਾ ਹੁਕਮ ਚੱਲ ਰਿਹਾ, ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਚਲਾ ਰਿਹਾ ਉਹ ਮਾਲਕ ਪਰਮਾਤਮਾ। ਜਿਸ ਤਰ੍ਹਾਂ ਜੀਆਂ ਦਾ ਰਿਜ਼ਕ ਹੁੰਦਾ ਹੈ, ਰਿਜ਼ਕ ਪਿਆ ਜੇ ਉਹ ਜਿਹਾ ਰਿਜ਼ਕ ਦੇ ਰਿਹਾ ਮਾਲਕ ਪਰਮਾਤਮਾ। ਨਦਰ ਕਰੇ ਜਾਂ ਦੇਖਾਂ, ਦੂਜਾ ਕੋਈ ਨਹੀਂ। ਇੰਨੇ ਅੱਖਰ ਤੋਂ ਗਿਆਨ ਦੇ ਰਹੇ ਪਾਏ। ਕਹਿੰਦੇ ਮੈਂ ਗੌਰ ਦੇ ਨਾਲ ਦੇਖਦਾ ਹਾਂ, ਨਦਰ ਕਰੇ ਜਾਂ ਦੇਖਾਂ, ਨਦਰ ਕਰਕੇ ਪੂਰਾ ਜਿਹੜਾ ਨਹੀਂ ਧਿਆਨ ਲਗਾ ਕੇ ਜਦ ਮੈਂ ਦੇਖਦਾ ਹਾਂ, ਸੋਚਦਾ ਹਾਂ, ਦੂਜਾ ਕੋਈ ਨਹੀਂ, ਦੂਜਾ ਤਾਂ ਕੋਈ ਨਜ਼ਰ ਹੀ ਨਹੀਂ ਆਉਂਦਾ। ਇੱਕੋ ਰਬ ਰਿਹਾ ਸਭ ਥਾਈਂ। ਹਾਂਜੀ, ਮਿਹਰ ਵੀ ਹੁੰਦੀ ਹੈ ਜੀ। ਇੱਕ ਅੱਖਰ ਕਈ ਮੀਨਿੰਗ ਦਿੰਦੇ ਆ ਨਾ। ਕਣਕ ਦਾ ਮਤਲਬ ਜਿਹੜਾ ਹੈਗਾ ਸੋਨਾ ਵੀ ਹੁੰਦਾ ਹੈ। ਉਹ ਕਣਕ ਤੇ ਮਾਦਿਕਤਾ ਅਧਿਕਾਏ, ਕਣਕ ਦੇ 2 ਮੀਨਿੰਗ ਨਹੀਂ ਹੁੰਦੇ। ਧਤੂਰਾ ਵੀ ਹੁੰਦਾ ਹੈ। ਨਜ਼ਰ ਕਰੇ ਜਾਂ ਦੇਖਾਂ, ਦੂਜਾ ਕੋਈ ਨਹੀਂ। ਕਹਿੰਦੇ ਦੂਸਰਾ ਕੋਈ ਨਜ਼ਰ ਹੀ ਨਹੀਂ ਆਉਂਦਾ। ਏਕੋ ਰਵ ਰਿਹਾ ਸਭ ਥਾਈਂ, ਏਕ ਵਸਿਆ ਮਨ ਮਾਹੀ। ਬਸ ਫਿਰ ਜਿਹੜਾ ਹੈਗਾ ਹਰ ਜਗ੍ਹਾ 'ਤੇ ਇੱਕੋ ਹੀ ਰਵਿਆ ਨਜ਼ਰ ਆਉਂਦਾ ਹੈ, ਔਰ ਉਹ ਮਨ ਦੇ ਵਿੱਚ ਵਸ ਜਾਂਦਾ ਹੈ ਉਹ ਮਾਲਕ ਪਰਮਾਤਮਾ। ਬਖਸ਼ਿਸ਼ ਹੋ ਗਈ ਭਾਈ। ਜਿਹੜਾ ਇੱਕ ਨੂੰ ਬੁੱਝ ਗਿਆ, ਬਖਸ਼ਿਸ਼ ਹੋ ਗਈ ਉਹਨੇ ਥੋੜ੍ਹੀ ਨਾ ਫਿਰ ਦੂਸਰਾ ਤੀਸਰਾ ਥੋੜ੍ਹੀ ਨਾ ਉਹਦੀ ਨੈਗੇਟਿਵਿਟੀ ਆਏਗੀ ਉਹਦੇ ਅੰਦਰ ਜਾਂ ਪੋਜ਼ੀਟਿਵਿਟੀ ਆਏਗੀ। ਉਹ ਜਿਹੜਾ ਹੈਗਾ ਡੁਐਲਿਟੀ ਦੇ ਵਿੱਚ ਜਾਏਗਾ। ਦੁਨੀਆ ਆਪਾਂ ਤਾਂ ਆਪਣੇ ਆਪ ਨੂੰ ਅਲੱਗ, ਦੂਸਰੇ ਨੂੰ ਅਲੱਗ, ਤੀਸਰੇ ਨੂੰ ਅਲੱਗ, ਸਾਰਾ ਜਿਹੜਾ ਹੈਗਾ ਆਪਣੇ ਤਾਂ ਜਿਹੜੇ ਪਤਾ ਨਹੀਂ ਕਿੰਨੇ ਕੁ ਚਿਹਰੇ ਹੈਗੇ ਆਪਣੇ। ਏਕੋ ਰਵ ਰਿਹਾ ਸਭ ਥਾਈਂ, ਏਕ ਵਸਿਆ ਮਨ ਮਾਹੀ। ਟਟੈ ਟੰਚ ਕਰੋ ਕਿਆ ਪ੍ਰਾਣੀ, ਕੜੀ ਕੇ ਮੋਹਤ ਕੇ ਉੱਠ ਚੱਲਣਾ। ਟੰਚ ਕਹਿੰਦੇ ਆ ਜਿਹੜੇ ਹੈਗੇ ਆ, ਜਿਹੜੇ ਹੈਗੇ ਆਪਾਂ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਜਿਹੜੇ ਹੈਗੇ ਖਲਾਰਾ, ਕਾਹਦੇ ਵਾਸਤੇ ਕਹਿੰਦੇ ਖਲਾਰਾ ਪਾ ਰਹੇ ਆ ਭਾਈ? ਇੰਨੇ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਉਹਨੂੰ ਅੱਖਰ ਜਿਹੜਾ ਹੈਗਾ
ਦੁਨੀਆ ਦੇ ਵਿੱਚ ਕਿਉਂ ਵਿਸਤਾਰ ਕਰ ਰਿਹਾ ਹੈ ਆਪਣਾ, ਕਾਹਦੇ ਵਾਸਤੇ ਵਿਸਤਾਰ ਕਰ ਰਿਹਾ ਹੈ? ਤੇਰਾ ਟਾਈਮ ਤਾਂ ਬਹੁਤ ਥੋੜਾ ਜਿਹਾ ਹੈਗਾ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਹਾਂ, ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਟੱਟਾ ਟੰਚ ਕਰੋ ਕਿਆ ਪ੍ਰਾਣੀ, ਕਰੋ ਹੁਕਮ ਨਹੀਂ, ਹੁਕਮ ਹੈ ਆਪਾਂ ਨੂੰ। ਕਾਹਦੇ ਵਾਸਤੇ ਖਿਲਾਰਾ ਕਰ ਰਹੇ ਹੋ ਯਾਰ, ਕਾਹਦੇ ਵਾਸਤੇ? ਕੜੀ ਕੇ ਮੌਤ ਕੇ ਉੱਠ ਚੱਲਣਾ, ਕੜੀ ਮੌਤ ਥੋੜਾ ਜਿਹਾ ਸਮਾਂ, ਫਿਰ ਤਾਂ ਜਾਣਾ ਪੈਣਾ ਸਾਰਾ ਕੁਝ ਛੱਡ ਕੇ। ਸਾਰਾ ਇਸ ਤਰ੍ਹਾਂ ਹੀ ਖਿਲ ਰਿਹਾ ਰਹਿਣਾ ਸਾਰਾ ਦਾ ਸਾਰਾ। ਜਿਹੜਾ ਸਾਰਾ ਬੈਂਕ ਬੈਲੈਂਸ, ਸਾਰਾ ਘਰ ਘਾਟ, ਸਾਰੇ ਜਿਹੜੇ ਹੈਗੇ ਪਰਿਵਾਰ, ਔਰ ਸਾਰਾ ਜਿਹੜਾ ਹੈਗਾ ਐਸੇ ਤਰੀਕੇ ਦੇ ਨਾਲ ਬਸ ਜੂਏ ਜਨਮ ਨਾ ਹਾਰੋ ਆਪਣਾ, ਭਾਜ ਪੜੋ ਤੁਮ ਹਰ ਸਰਣਾ। ਕਹਿੰਦੇ ਕਿਉਂ ਜੂਏ ਦੇ ਵਿੱਚ? ਜੂਆ ਕੀ ਹੁੰਦਾ ਵੀ ਆਪਾਂ ਸਸਤੇ 'ਚ ਹਾਰ ਜਾਂਦੇ, ਕੱਚ ਨੂੰ ਵਿਆਜ ਦੇ ਹੋਏ ਹਾਰ ਜਾਂਦੇ ਭਾਈ। ਕਹਿੰਦੇ ਕਿਉਂ ਜੂਏ ਦੇ ਵਿੱਚ ਜਨਮ ਹਾਰ ਰਹੇ ਹੋ? ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਇਹ ਵਿਸਥਾਰ ਦੇ ਵਿੱਚ। ਭਾਜ ਪੜੋ ਤੁਮ ਹਰ ਸਰਣਾ, ਮਾਲਕ ਦੀ ਸ਼ਰਨ ਲੈ ਲਓ ਭਾਈ, ਦੌੜ ਕੇ ਲੈ ਲਓ, ਸਮਾਂ ਨਾ ਗੁਜ਼ਾਰੋ। ਠੱਠੇ ਠਾਂਡ ਵਰਤੀ ਤਿਨੇ ਅੰਤਰ, ਹਰ ਚਰਣੀ ਜਿਨ ਕਾ ਚਿੱਤ ਲਾਗਾ। ਬਸ ਜਿਨ੍ਹਾਂ ਦਾ ਚਿੱਤ ਲੱਗ ਗਿਆ ਪਰਮੇਸ਼ਰ ਦੇ ਚਰਨਾਂ ਦੇ ਵਿੱਚ, ਜਿਹਨਾਂ ਨੇ ਐਕਸੈਪਟ ਕਰ ਲਈ ਇਹ ਗੁਰੂ ਦੀ ਗੱਲ, ਇਹ ਜੂਏ ਦੇ ਵਿੱਚ ਜਨਮ ਨਹੀਂ ਹਾਰਨਾ, ਉਹਨਾਂ ਦੇ ਅੰਦਰ ਠੰਡ ਵਰਤ ਜਾਂਦੀ ਹੈ। ਉਹ ਬਸ ਮਾਲਕ ਦੇ ਨਾਲ ਜੁੜ ਜਾਂਦੇ ਆ। ਅੱਗ ਕਾਹਦੀ ਆ? ਗਰਮੀ ਕਾਹਦੀ ਹੈਗੀ ਆ? ਗਰਮੀ ਇਸੇ ਦੀ ਤ੍ਰਿਸ਼ਨਾ ਦੀ, ਇਹ ਵਿਕਾਰਾਂ ਦੀ, ਇਹ ਡੁਐਲਿਟੀ ਦੀ ਤਾਂ ਗਰਮੀ ਹੈ ਸਾਰੀ ਦੀ ਸਾਰੀ। ਇਹ ਪਰਪੰਚ ਜਿਹੜਾ ਹੈਗਾ ਇਸੇ ਦੀ ਤਾਂ ਗਰਮੀ ਹੈ, ਟੰਚ ਦੀ। ਠੱਠੇ ਠਾਂਡ ਵਰਤੀ ਤਿਨੇ ਅੰਤਰ, ਹਰ ਚਰਣੀ ਜਿਨ ਕਾ ਚਿੱਤ ਲਾਗਾ। ਚਿੱਤ ਲਾਗਾ ਸਹੀ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਜਿਨ੍ਹਾਂ ਦਾ ਚਿੱਤ ਲੱਗਣਾ ਅੰਦਰੋਂ, ਦੇਖੋ ਮੁੱਖ ਦੇ ਤੋਂ ਨਹੀਂ, ਅੰਦਰੋਂ ਚਿੱਤ ਲੱਗਣਾ ਹੈ ਭਾਈ। ਪਟਲ ਜਿਹੜਾ ਹੈਗਾ, ਪਟਲ ਤੇ ਕੀ ਹੈਗਾ? ਚਿੱਤ ਲਾਗਾ ਸਹੀ ਜਨ ਨਿਸਤਰੇ, ਤਉ ਪ੍ਰਸਾਦੀ ਸੁਖ ਪਾਇਆ। ਹਾਂ, ਮਾਲਕ ਦੀ ਕਿਰਪਾ ਹੈਗੀ, ਪ੍ਰਸਾਦ ਹੈਗਾ, ਸੁਖੀ ਹੋ ਜਾਂਦੇ। ਡੱਡੇ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚੱਲਣਾ। ਡੰਪ ਕਹਿੰਦੇ ਆ ਦਿਖਾਵਾ, ਦਿਖਾਵਾ। ਡੱਡੇ ਅੱਖਰ ਤੋਂ ਕਹਿ ਰਹੇ ਕਾਹਦਾ ਦਿਖਾਵਾ ਕਰ ਰਿਹਾ ਯਾਰ ਤੂੰ? ਕਾਹਦੇ ਵਾਸਤੇ ਜਿਹੜਾ ਹੈਗਾ ਆਪਣੇ ਆਪ ਨੂੰ ਜਿਹੜਾ ਹੈਗਾ ਸ਼ੋ ਕਰ ਰਿਹਾ ਹੈ ਆਪਣੇ ਆਪ ਨੂੰ? ਕਿਉਂ ਉੱਚਾ ਦਿਖਾਉਣਾ ਚਾਹੁੰਦਾ ਹੈ? ਕਿਉਂ ਤੂੰ ਦੁਨੀਆ ਦੇ ਅੱਗੇ ਜਿਹੜਾ ਹੈਗਾ ਦੁਨੀਆ ਨੂੰ ਚਾਹੁੰਦਾ ਹੈ ਵੀ ਦੁਨੀਆ ਤੇਰੀ ਵਾਹ ਕਰੇ? ਕਾਹਦੇ ਵਾਸਤੇ? ਕੀ ਹੋਏਗਾ ਉਹਦੇ ਨਾਲ? ਡੱਡੇ ਡੰਪ ਕਰੋ ਕਿਆ ਪ੍ਰਾਣੀ, ਜੋ ਕੁਛ ਹੋਆ ਸੋ ਸਭ ਚੱਲਣਾ। ਜੋ ਕੁਛ ਹੋਇਆ ਇੱਥੇ ਦੇ ਇੱਥੇ ਰਹਿ ਜਾਣਾ, ਤੇਰਾ ਤਾਂ ਨਾਮ ਵੀ ਨਹੀਂ ਲੈਣਾ ਕਿਸੇ ਨੇ। ਥੋੜੇ ਦਿਨਾਂ 'ਚ ਤਾਂ ਤੈਨੂੰ ਭੁੱਲ ਜਾਣਾ ਦੁਨੀਆ ਨੇ। ਡੱਡੇ ਡੰਪ ਕਰੋ ਕਿਆ ਪ੍ਰਾਣੀ, ਜੋ ਕੁਛ ਹੋਆ ਸੋ ਸਭ ਚੱਲਣਾ। ਜੋ ਹੋਇਆ ਆ ਉਹਨੇ ਸਾਰਾ ਲਿਮਿਟਿਡ ਟਾਈਮ ਹੈਗਾ, ਸਾਰੇ ਦੇ ਸਾਰੇ, ਸਾਰਾ ਦਾ ਸਾਰਾ ਜਿਹੜਾ ਹੈਗਾ ਵਿਨਾਸ਼ ਹੋਣਾ ਹੈ, ਹਰੇਕ ਦਾ ਰੂਪ ਬਦਲਣਾ ਹੈ। ਡੱਡੇ ਡੰਪ ਕਰੋ ਕਿਆ ਪ੍ਰਾਣੀ, ਜੋ ਕੁਛ ਹੋਆ ਸੋ ਸਭ ਚੱਲਣਾ। ਤਿਸੇ ਸਰੇਵੋ ਤਾਂ ਸੁਖ ਪਾਵੋ, ਸਰਬ ਨਿਰੰਤਰ ਰਵ ਰਿਹਾ। ਬਸ ਅਲਟੀਮੇਟਲੀ ਗੱਲ ਇੱਕੋ ਹੀ ਹੈਗੀ ਭਾਈ, ਉਸ ਮਾਲਕ ਦੀ ਸੇਵਾ ਕਰਨੀ, ਉਹਨੂੰ ਯਾਦ ਕਰਨਾ, ਤਾਂ ਸੁਖ ਪਾ ਸਕਦੇ ਹਾਂ ਆਪਾਂ। ਕਹਿੰਦੇ ਪਾ ਲਓ ਉਹਨੂੰ, ਮਾਲਕ ਨੂੰ ਸੇਵ ਲਓ, ਉਹਦੀ ਸਿਫਤ ਸਲਾਹ ਕਰ ਲਓ, ਧਿਆਨ ਸਿਮਰਨ ਕਰ ਲਓ, ਵਿਚਾਰ ਬੰਦ ਕਰ ਲਓ, ਸੰਸਕਾਰ ਮਿਟਾ ਲਓ। ਸਰਬ ਨਿਰੰਤਰ ਰਵ ਰਿਹਾ, ਸਰਬ ਨਿਰੰਤਰ ਹਰ ਜਗ੍ਹਾ ਤੇ ਉਹ ਮਾਲਕ ਪਰਮਾਤਮਾ ਰਵਿਆ ਹੋਇਆ ਹੈ। ਢੱਡੇ ਢਾਹ ਉਸਾਰੇ ਆਪੇ, ਜਿਉਂ ਤਿਸ ਭਾਵੈ ਤਿਵੇਂ ਕਰੇ। ਦੇਖ ਲਓ ਭਾਈ, ਢਾਉਣ ਵਾਲਾ ਵੀ ਉਹੀ ਆ, ਉਸਾਰਨ ਵਾਲਾ ਵੀ ਉਹੀ ਆ ਮਾਲਕ ਪਰਮਾਤਮਾ ਆਪੇ। ਜਿਸ ਤਰ੍ਹਾਂ ਉਹਦੀ ਮਰਜ਼ੀ ਹੁੰਦੀ ਆ ਉਵੇਂ ਦਾ ਕਰਦਾ ਹੈ ਉਹ। ਕਰ ਕਰ ਵੇਖੇ ਹੁਕਮ ਚਲਾਏ, ਕਰ ਕਰਕੇ ਦੇਖਦਾ ਵੀ ਹੈਗਾ, ਔਰ ਆਪਣੇ ਹੁਕਮ ਦੇ ਨਾਲ ਸ੍ਰਿਸ਼ਟੀ ਨੂੰ ਚਲਾ ਰਿਹਾ, ਹਰੇਕ ਨੂੰ ਚਲਾ ਰਿਹਾ ਹੈ। ਕਰ ਵੇਖੇ ਹੁਕਮ ਚਲਾਏ, ਤਿਸ ਨਿਸਤਾਰੇ ਜਾ ਕੋ ਨਦਰ ਕਰੇ। ਉਹਨੂੰ ਸੰਸਾਰ ਸਮੁੰਦਰ ਤੋਂ, ਇਸ ਗੇਮ ਤੋਂ ਬਾਹਰ ਕੱਢ ਲੈਂਦਾ ਹੈ, ਜਿਸ ਤੇ ਕਿਰਪਾ ਕਰਦਾ ਹੈ। ਕਿਰਪਾ ਉਸ ਤੇ ਕਰਦਾ ਹੈ ਜਿਹੜਾ ਕਿਰਪਾ ਚਾਹੁੰਦਾ ਹੈ। ਜਿਹੜਾ ਆ ਅੱਖਰ, ਜਿਹੜੇ ਆ ਗਿਆਨ ਜਿਹੜਾ ਬੁੱਝ ਲੈਂਦਾ ਹੈ, ਇਹ ਗਿਆਨ ਨੂੰ ਬੁੱਝ ਕੇ ਜਿਹੜਾ ਹੈਗਾ ਚੱਲ ਪੈਂਦਾ ਹੈ ਇਸ ਗਿਆਨ ਦੇ ਅਨੁਸਾਰ, ਇਹਦੀ ਲਾਈਟ ਦੇ ਵਿੱਚ। ਹੁਣ ਆਣਾ ਰਵਤ ਰਹਿ ਘਟ ਅੰਤਰ, ਹਰ ਗੁਣ ਗਾਵੇ ਸੋਈ। ਫਿਰ ਉਹਦੇ ਘਟ ਦੇ ਅੰਦਰ ਰਵ ਜਾਂਦਾ ਹੈ ਮਾਲਕ ਪਰਮਾਤਮਾ। ਉਹ ਗੁਣ ਗਾ ਰਿਹਾ ਭਾਈ, ਉਹ ਕਰ ਰਿਹਾ ਸਿਫਤ ਸਲਾਹ, ਉਹ ਕਰ ਰਿਹਾ ਬੰਦਗੀ।
ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ। ਬਸ ਫਿਰ ਖਤਮ ਹੈ ਕਹਾਣੀ ਉਹਦੀ। ਬਸ ਉਹ ਮਾਲਕ ਦੇ ਨਾਲ ਅਬਨਾਸੀ ਹੋ ਗਿਆ ਭਾਈ, ਹਮੇਸ਼ਾ ਵਾਸਤੇ ਮਾਲਕ ਦੇ ਨਾਲ ਰਹੇਗਾ, ਹਮੇਸ਼ਾ ਵਾਸਤੇ ਜਿਹੜਾ ਹੈਗਾ ਉਹ ਜਿਹੜਾ ਅੰਮ੍ਰਿਤ ਔਰ ਜਿਹੜਾ ਹੈਗਾ ਮਾਲਕ ਦੇ ਜਿਹੜੇ ਹੈਗੇ ਆ ਜਿਹੜਾ ਹੈ ਅਸਲੀ ਜਿਹੜੇ ਹੈਗੇ ਰਸ ਉਹ ਲੈਂਦਾ ਰਹੂਗਾ। ਆਪੇ ਆਪ ਮਿਲਾਏ ਕਰਤਾ ਪੁਨਰਪ ਜਨਮ ਨਾ ਹੋਈ। ਦੁਬਾਰਾ ਫਿਰ ਜਨਮ ਨਹੀਂ ਹੋਏਗਾ ਉਹਦਾ ਭਾਈ, ਆਪਣੇ ਵਿੱਚ ਮਿਲਾ ਲੈਂਦਾ ਹੈ ਮਾਲਕ ਪਰਮਾਤਮਾ। ਤਤੈ ਤਾਰੂ ਪਹੁੰਚਲ ਹੋਆ ਤਾਕਾ ਅੰਤ ਨਾ ਪਾਇਆ। ਕਹਿੰਦੇ ਪਿਆਰਿਆ ਦੇਖ ਲਾ, ਇਹ ਸੰਸਾਰ ਜਿਹੜਾ ਹੈਗਾ ਪਹੁੰਚਲ ਹੈਗਾ, ਇਹ ਸੰਸਾਰ ਸਮੁੰਦਰ ਬਹੁਤ ਗਹਿਰਾ ਹੈਗਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਦੇਖ ਲਾ ਨਹੀਂ ਤਰਿਆ ਜਾਏਗਾ, ਬਹੁਤ ਬਹੁਤ ਔਖਾ ਤਰਨ ਵਾਲਾ ਹੈ। ਤਾਰੂ ਭੌਜਲ, ਤਾਰੂ ਭੌਜਲ ਦਾ ਮਤਲਬ ਹੁੰਦਾ ਜਿਹੜਾ ਤਰਨਾ ਬਹੁਤ ਔਖਾ ਹੋਏ, ਉਹਨੂੰ ਕਹਿੰਦੇ ਬੜਾ ਤਾਰੂ ਭਾਈ, ਤਾਰੂ ਹੈ ਪਾਣੀ, ਇੱਥੇ ਤਾਂ ਬੜਾ ਤਾਰੂ ਪਾਣੀ, ਬਹੁਤ ਡੀਪ ਹੈ। ਤਤੈ ਤਾਰੂ ਭੌਜਲ ਹੋਆ ਤਾਂ ਕਾ ਅੰਤ ਨਾ ਪਾਇਆ। ਕਹਿੰਦੇ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਇਸ ਸੰਸਾਰ ਦਾ ਨਹੀਂ ਨਿਕਲ ਸਕਦਾ ਹੋਰ ਕਿਸੇ ਤਰੀਕੇ ਦੇ ਨਾਲ। ਨਾ ਤਰ ਨਾ ਤੁਲਹਾ, ਤਰ ਕਹਿੰਦੇ ਆ ਕਿਸ਼ਤੀ ਜਹਾਜ਼, ਕਹਿੰਦੇ ਹੈ ਨਹੀਂ। ਨਾ ਤੁਲਹਾ ਕਹਿੰਦੇ ਆ ਅੱਲਾਂ ਦੇ ਨਾਲ ਕੋਈ ਜਿਹੜੀ ਹੈਗੀ ਕੋਈ ਲੱਕੜਾਂ ਦੇ ਨਾਲ ਕੋਈ ਜਿਹੜਾ ਹੈਗਾ ਆਰਟੀਡੀ ਹੈ ਟਿਊਬ ਲੈ ਲੈ ਕੋਈ। ਨਾ ਤਰ ਨਾ ਤੁਲਹਾ ਹਮ ਬੂੜਸ ਤਾਰ ਲੈ ਤਾਰਨ ਰਾਇਆ। ਕਹਿੰਦੇ ਅਸੀਂ ਤਾਂ ਡੁੱਬ ਰਹੇ ਹਾਂ ਮਾਲਕਾ, ਤਾਰ ਲਾ, ਤੂੰ ਤਾਰਨ ਵਾਲਾ ਹੈ, ਤੂੰ ਤਾਰਨਾ ਹੈ। ਪਰ ਆਪਾਂ ਪੁਕਾਰ ਹੀ ਨਹੀਂ ਕਰਦੇ, ਆਪਾਂ ਕਹਿੰਦੇ ਹੀ ਨਹੀਂ ਅਸੀਂ ਤਰਨਾ ਚਾਹੁੰਦੇ, ਆਪਾਂ ਤਾਂ ਕਹਿੰਦੇ ਅਸੀਂ ਤਾਂ ਵਧੀਆ ਹੈਗੇ, ਅਸੀਂ ਤਾਂ ਇੱਥੇ ਵਧੀਆ ਡੁੱਬੇ ਹੋਏ। ਨਾ ਤਰ ਨਾ ਤੁਲਹਾ ਹਮ ਬੂੜਸ ਤਾਰ ਲੈ ਤਾਰਨ ਰਾਇਆ। ਥਥੈ ਥਾਨ ਥਾਨੰਤਰ ਸੋਈ ਜਾਂ ਕਾ ਕੀਆ ਸਭ ਹੋਆ। ਕਹਿੰਦੇ ਸਾਰੀ ਦੀ ਸਾਰੀ ਗੇਮ ਇੱਕ ਜਗ੍ਹਾ ਔਰ ਦੂਸਰੀ ਜਗ੍ਹਾ, ਉਹਦੇ ਵਿਚਾਲੇ ਅੰਤਰ ਦੇ ਵਿੱਚ ਹਰ ਜਗ੍ਹਾ ਤੇ ਉਹ ਮਾਲਕ ਪਰਮਾਤਮਾ ਹੈਗਾ, ਉਹਦਾ ਹੀ ਕੀਤਾ ਹੋਇਆ ਸਾਰਾ ਹੈਗਾ, ਸ੍ਰਿਸ਼ਟੀ ਉਹਦੀ ਬਣਾਈ ਹੋਈ ਹੈ। ਕਿਆ ਪਰਮ ਕਿਆ ਮਾਇਆ ਕਹੀਏ, ਜੋ ਤਿਸ ਭਾਵੈ ਸੋਈ ਭਲਾ। ਕਹਿੰਦੇ ਕੀ ਪਰਮ ਹੈਗਾ, ਕਹਿੰਦੇ ਕੀ ਮਾਇਆ ਹੈਗੀ ਆ, ਮਾਲਕ ਦੀ ਮਰਜ਼ੀ ਹੈਗੀ, ਮਾਲਕ ਦੀ ਖੇਡ ਹੈਗੀ ਆ, ਕਰਤਾ ਹੈਗਾ, ਆਪਾਂ ਕਿਰਤ ਹੈਗੇ ਆ। ਕਹਿੰਦੇ ਜੋ ਮਾਲਕ ਚਾਹੁੰਦਾ ਹੈ, ਜੋ ਕੁਛ ਉਹਨੇ ਕੀਤਾ ਹੈ ਭਲਾ ਹੈ, ਵਧੀਆ ਹੈਗਾ, ਬਹੁਤ ਵਧੀਆ। ਕੀ ਮਾਇਆ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਮਾਇਆ ਤੋਂ, ਮਹਾਰਾਜ ਕਹਿ ਰਹੇ ਕਿਆ ਮਾਇਆ ਕਿਆ ਪਰਮ ਕਿਆ ਮਾਇਆ ਕਹੀਏ। ਕਹਿੰਦੇ ਕੋਈ ਪ੍ਰੋਬਲਮ ਨਹੀਂ ਹੈ, ਮਾਲਕ ਦੀ ਮਰਜ਼ੀ ਹੈ, ਮਾਲਕ ਨੇ ਪੈਦਾ ਕੀਤੀ ਹੈ। ਜੋ ਤਿਸ ਭਾਵ ਹੈ ਸੋਈ ਭਲਾ, ਉਹਨੂੰ ਪਾਉਂਦੀ ਹੈ, ਮੈਨੂੰ ਭਲਾ ਹੈ। ਕਿਆ ਪਰਮ ਕਿਆ ਮਾਇਆ ਕਹੀਏ, ਜੋ ਤਿਸ ਭਾਵ ਹੈ ਸੋਈ ਭਲਾ। ਦੱਦੇ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ। ਦੇਖ ਲਓ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ, ਦਿਉ ਲਿਖਿਆ ਹੋਇਆ, ਮੈਂ ਨਹੀਂ ਦਿੰਦਾ ਕਹਿੰਦੇ ਦੋਸ਼ ਕਿਸੇ ਨੂੰ। ਮੈਂ ਕਿਉਂ ਦੇਵਾਂ ਕਿਸੇ ਨੂੰ ਦੋਸ਼, ਕਿਸੇ ਮਾਇਆ ਨੂੰ ਦੋਸ਼ ਕਿਉਂ ਦੇਵਾਂ, ਭਰਮ ਨੂੰ ਦੋਸ਼ ਦੇਵਾਂ। ਚੁਆਇਸ ਹੈ ਮੇਰੀ, ਮੇਰੇ ਕਰਮ ਹੈਗੇ ਆ। ਦੱਦੇ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ। ਕਰਮਾਂ ਬਖਸ਼ਿਸ਼ ਨਹੀਂ ਹੈਗੀ, ਕਰਮਾਂ ਕਰਮ ਹੈਗੇ ਆਪਣੇ। ਦੱਦੇ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਆਵਰ ਜਨਾ। ਕਹਿੰਦੇ ਜੋ ਮੈਂ ਕੀਤਾ ਆ ਉਹ ਮੈਂ ਪਾਇਆ, ਦੂਸਰੇ ਨੂੰ ਦੋਸ਼ ਮਤ ਦਿਓ ਭਾਈ। ਤਦੇ ਤਾਰ ਕਲਾ ਜਿਨੇ ਛੋੜੀ, ਹਰ ਚੀਜ਼ੀ ਜਿਨੇ ਰੰਗ ਕੀਆ। ਕਹਿੰਦੇ ਦੇਖ ਲਾ ਉਹ ਮਾਲਕ ਪਰਮਾਤਮਾ ਭਾਈ, ਐਸੀ ਕਲਾ ਹੈ ਮਾਲਕ ਪਰਮਾਤਮਾ ਇਹ ਪੰਜਾਂ ਤੱਤਾਂ ਦੀ ਰਚਨਾ ਦੇ ਵਿੱਚ ਪਿੱਛੇ ਮਾਲਕ ਪਰਮਾਤਮਾ ਦੀ ਸ਼ਕਤੀ ਹੈ, ਅੰਦਰ ਖਾਤੇ ਮਾਲਕ ਦੀ ਹੈ। ਮੰਦਰ ਖਾਤੇ ਮਾਲਕ, ਜਿਹੜੀ ਬੈਟਰੀ ਮਾਲਕ ਦੀ ਚੱਲ ਰਹੀ ਹੈ ਅੰਦਰ, ਤਾਂ ਇਹ ਕਠਪੁਤਲੀਆਂ ਤੁਰ ਰਹੀਆਂ ਸਾਰੀਆਂ। ਤਦੇ ਧਾਰ ਕਲਾ ਜਿਹਨੇ ਛੋੜੀ, ਇਸ ਤਰੀਕੇ ਦੇ ਨਾਲ ਜਿਹੜਾ ਉਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਹਰ ਚੀਜ਼ੀ ਜਿਹਨੇ ਰੰਗ ਕੀਆ, ਐਸੀ ਰੰਗ ਬਿਰੰਗੀ ਦੁਨੀਆ ਦੀ 84 ਲੱਖ ਜੂਨਾ ਔਰ ਇੰਨੇ ਪਦਾਰਥ, ਇੰਨੀਆਂ ਚੀਜ਼ਾਂ ਇਹਦੇ ਵਿੱਚ ਬਣਾਤੀਆਂ ਮਾਲਕ ਨੇ। ਐਸੀ ਰੰਗ ਬਿਰੰਗੀ ਦੁਨੀਆ ਬਣਾ ਦਿੱਤੀ ਪਰਮਾਤਮਾ ਨੇ। ਤਿਸ ਦਾ ਦਿਆ ਸਭ ਨੇ ਲਿਆ, ਕਰਮੀ ਕਰਮੀ ਹੁਕਮ ਪਿਆ। ਕਹਿੰਦੇ ਉਸ ਦਾ ਦਿੱਤਾ ਹੋਇਆ ਸਾਰੇ ਲੈ ਰਹੇ ਆ ਭਾਈ, ਸਾਰੇ ਉਸ ਮਾਲਕ ਪਰਮਾਤਮਾ ਦਾ ਦਿੱਤਾ ਹੋਇਆ ਲੈ ਰਹੇ ਆ। ਕਰਮੀ ਕਰਮੀ ਕਹਿੰਦੇ ਆ ਜੋ ਕਰਮ ਕੀਤੇ ਆ ਉਹ ਉਹਨਾਂ ਨੂੰ ਹੁਕਮ ਆ ਰਿਹਾ ਹੈ ਉਹਨਾਂ ਦਾ। ਕਰਮੀ ਕਰਮੀ ਹੁਕਮ ਪਿਆ, ਹਰੇਕ ਦੇ ਵਾਸਤੇ ਇੰਡੀਵਿਜੂਅਲ ਹੈਗਾ ਹੁਕਮ। ਉਹਨਾਂ ਦੇ ਕਰਮ ਅਲੱਗ ਅਲੱਗ ਹੈਗੇ, ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ
ਉਹਨਾਂ ਦੇ ਜਿਹੜੇ ਹੈਗੇ ਆ ਉਹ ਲੇਖਾ ਵੀ ਅਲੱਗ-ਅਲੱਗ ਹੈਗਾ ਉਹਨਾਂ ਦਾ, ਉਹਨਾਂ ਦੇ ਸੰਸਕਾਰ ਵੀ ਅਲੱਗ-ਅਲੱਗ ਹੈਗੇ। ਤਿਸਦਾ ਦੀਆ ਸਭਨੀ ਲਿਆ ਕਰਮੀ ਕਰਮੀ ਹੁਕਮ ਪਿਆ, ਨੰਨੇ ਨਾਹ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਨਾਹ ਦਾ ਮਤਲਬ ਨਹੀਂ ਹੈਗਾ, ਨਾਹ ਦਾ ਮਤਲਬ ਹੁੰਦਾ ਹੈ ਪਤੀ ਪਰਮਾਤਮਾ। ਨੰਨੇ ਅੱਖਰ ਤੋਂ ਗਿਆਨ ਦੇ ਰਿਹਾ। ਕਹਿੰਦੇ ਉਹ ਮਾਲਕ ਪਰਮਾਤਮਾ ਨੇ ਦੁਨੀਆ ਦੇ ਪਦਾਰਥ ਦਿੱਤੇ ਆ, ਸਾਰੇ ਸਵਾਦ ਦਿੱਤੇ ਆ, ਰਸ-ਕਸ ਦਿੱਤੇ ਆ, ਪਰਿਵਾਰ ਦਿੱਤਾ ਹੈ, ਸਾਰਾ ਕੁਝ ਦਿੱਤਾ ਹੈ। ਬਸ ਉਹਦੇ ਦਿੱਤੇ ਹੋਏ ਭੋਗਾਂ ਨੂੰ ਭੋਗ ਰਿਹਾ ਇਨਸਾਨ। ਨੰਨੇ ਨਾਹ ਭੋਗ ਨਿਤ ਭੋਗੇ, ਨਿਤ ਭੋਗਦਾ ਹੈ, ਨਿਤ 24/7 ਡੇ ਨਾਈਟ। ਨਾ ਡੀਠਾ ਨਾ ਸੰਭਲਿਆ, ਨਾ ਉਹਨੂੰ ਦੇਖਿਆ ਹੈ ਕਦੀ, ਨਾ ਉਹਨੂੰ ਚੇਤੇ ਕੀਤਾ ਹੈ। ਭੋਗ ਜ਼ਰੂਰ ਭੋਗ ਰਿਹਾ ਹੈ, ਉਹਨਾਂ ਨੂੰ ਨਹੀਂ ਛੱਡ ਰਿਹਾ। ਨੰਨੇ ਨਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਗੱਲੀ ਹੋ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਕਹਿੰਦੇ ਗੱਲਾਂ ਬਾਤਾਂ ਦੇ ਨਾਲ ਤਾਂ ਮੈਂ ਸੁਹਾਗਣ ਹੈਗੀ ਹਾਂ, ਤੇ ਪਤੀ ਕਦੀ ਮੈਂ ਦੇਖਿਆ ਹੀ ਨਹੀਂ ਹੈ, ਪਤੀ ਕਦੀ ਮੈਨੂੰ ਮਿਲਿਆ ਹੀ ਨਹੀਂ ਹੈਗਾ। ਪੱਪੈ ਪਾਤਸ਼ਾਹ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ। ਓਹੋ ਪੱਪੇ ਅੱਖਰ ਤੋਂ ਦੱਸ ਰਹੇ ਮਹਾਰਾਜ। ਕਹਿੰਦੇ ਉਹ ਪਾਤਸ਼ਾਹ ਹੈਗਾ, ਸਾਰੀ ਸ੍ਰਿਸ਼ਟੀ ਦਾ ਪਾਤਸ਼ਾਹ, ਪਰਮ ਈਸ਼ਵਰ ਹੈਗਾ ਮਾਲਕ ਪਰਮਾਤਮਾ। ਉਹਨੇ ਸਾਰੀ ਦੀ ਸਾਰੀ ਇਹ ਖੇਡ ਕਾਹਦੇ ਵਾਸਤੇ ਬਣਾਈ ਹੋਈ ਹੈ? 84 ਲੱਖ ਜੂਨਾਂ ਇਨਸਾਨ ਦੀ ਜੂਨ ਦਿੱਤੀ, ਕਾਹਦੇ ਵਾਸਤੇ ਦਿੱਤੀ ਹੈ? ਕਹਿੰਦੇ ਆਪ ਗੁਪਤ ਹੈਗਾ ਤੇ ਆਪਾਂ ਨੂੰ ਕਹਿੰਦਾ ਮੈਨੂੰ ਦੇਖ ਲਓ, ਮੈਨੂੰ ਲੱਭ ਲਓ। ਇਹ ਪਰਪੰਚ ਇਸ ਵਾਸਤੇ ਹੈਗਾ। ਪੱਪੈ ਪਾਤਸ਼ਾਹ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ। ਦੇਖੇ ਬੂਝੇ ਸਭ ਕੁਝ ਜਾਣੇ, ਅੰਤਰ ਬਾਹਰ ਰਵ ਰਿਹਾ। ਉਹ ਸਾਰਾ ਕੁਝ ਸਾਰਿਆਂ ਨੂੰ ਦੇਖ ਰਿਹਾ ਆ, ਸਾਰਾ ਕੁਝ ਬੁੱਝ ਰਿਹਾ ਆ, ਸਾਰਾ ਕੁਝ ਜਾਣਦਾ ਹੈ, ਅੰਦਰ ਵੀ ਬਾਹਰ ਵੀ ਹਰ ਜਗ੍ਹਾ ਤੇ ਹੈਗਾ। ਉਹਨੂੰ ਕੋਈ ਪ੍ਰੋਬਲਮ ਨਹੀਂ, ਉਹ ਸਾਰਾ ਕੁਝ ਦੇਖ ਰਿਹਾ, ਸਾਰਾ ਕੁਝ। ਆਪਾਂ ਨੂੰ ਬੁੱਝਣਾ ਹੈਗਾ। ਕਿੰਨਾ ਵੱਡਾ ਗਿਆਨ ਹੈ ਜੀ, ਕੀ ਕਹੀਏ। ਸਲੂਟ ਆ ਮਹਾਰਾਜ, ਸਲੂਟ ਆ। ਪੱਪੈ ਪਾਤਸ਼ਾਹ ਪਰਮੇਸ਼ਰ, ਵੇਖਣ ਕੋ ਪਰਪੰਚ ਕੀਆ। ਦੇਖੇ ਬੂਝੈ ਸਭ ਕੀ ਜਾਣੇ, ਅੰਤਰ ਬਾਹਰ ਰਵ ਰਿਹਾ। ਫੱਫੇ ਫਾਹੀ ਸਭ ਜਗ ਫਾਸਾ, ਜਮ ਕੇ ਸੰਗਲੇ ਬੰਦ ਲਿਆ। ਫਿਰ ਕੋਈ ਨਹੀਂ ਦੇਖਦਾ, ਦੇਖੋ ਕਿਸੇ ਨੂੰ ਇੰਟਰਸਟ ਨਹੀਂ ਹੈਗਾ। ਦੇਖੋ ਕਿਸ ਤਰੀਕੇ ਦੇ ਨਾਲ ਮਾਇਆ ਨੂੰ ਆਪਾਂ ਪ੍ਰਾਇਰਟੀ ਦੇ ਦਿੰਦੇ। ਕਿੰਨੀ ਜ਼ਬਰਦਸਤ ਗੇਮ ਹੈਗੀ ਹੈ, ਕਿੰਨੀ ਜ਼ਬਰਦਸਤ ਮਾਇਆ ਪਾਈ ਹੋਈ ਹੈ। ਸਾਰਾ ਜਗ ਫਸਿਆ ਪਿਆ ਹੈ ਇਸ ਫਾਹੀ ਦੇ ਵਿੱਚ। ਫੱਫੇ ਫਾਹੀ ਸਭ ਜਗ ਫਾਸਾ, ਜਮ ਕੇ ਸੰਗਲੇ ਬੰਦ ਲਿਆ। ਜਮਾ ਨੇ ਬੰਨ ਲਿਆ ਬਾਈ, ਇਹ ਮੋਹ ਦੇ ਪਦਾਰਥਾਂ ਦੇ ਆਕਾਰ ਦੇ ਚੋਗੇ ਦੇ ਜਿਹੜੇ ਹੈਗੇ ਸੰਗਲਾਂ ਨੇ, ਜਮ ਕੇ ਸੰਗਲੇ ਬੰਦ ਲਿਆ। ਕਿਉਂਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਨੂੰ ਦੇਖਣ ਦਾ ਉਹਦਾ ਇੰਟਰਸਟ ਹੀ ਨਹੀਂ ਹੈ। ਜਿਹੜੇ ਵਾਸਤੇ ਗੇਮ ਪਾਈ ਹੈ ਮਾਲਕ ਨੇ, ਉਹ ਕੰਮ ਤਾਂ ਕਰ ਹੀ ਨਹੀਂ ਰਿਹਾ। ਫੇਲ ਆ, ਫਿਰ ਤਾਂ 0 ਨੰਬਰ ਹੈ, ਮਾਈਨਸ 'ਚ ਆਏਗਾ। ਫੱਫੇ ਫਾਹੀ ਸਭ ਜਗ ਫਾਸਾ, ਜਮ ਕੇ ਸੰਗਲੇ ਬੰਦ ਲਿਆ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸਰਨਾਗਤ ਭੱਜ ਪਿਆ। ਲਓ ਹੈਗੇ ਆ ਭਾਈ, ਇਸ ਤਰ੍ਹਾਂ ਤਾਂ ਨਹੀਂ। ਜੇ ਇਸ ਤਰ੍ਹਾਂ ਹੋਣ ਹੀ ਨਾ, ਤੇ ਫਿਰ ਤਾਂ ਗੇਮ ਜੇ ਸਾਰੇ ਹੀ ਜਿਹੜੇ ਹੈਗੇ, ਕੋਈ ਹੈ ਹੀ ਨਹੀਂ ਹੈ ਮਾਲਕ ਨੂੰ ਦੇਖਣ ਵਾਲਾ, ਬੁੱਝਣ ਵਾਲਾ, ਤੇ ਫਿਰ ਗੇਮ ਚਲਾਉਣ ਦਾ ਫਾਇਦਾ ਕੀ ਹੈਗਾ? ਗੁਰ ਪ੍ਰਸਾਦੀ ਸੇ ਨਰ ਉਬਰੇ, ਉਹ ਉੱਭਰ ਜਾਂਦੇ ਆ ਭਾਈ, ਜਿਹਨਾਂ ਨੂੰ ਗੁਰੂ ਦਾ ਪ੍ਰਸਾਦ ਮਿਲ ਜਾਂਦਾ ਹੈ, ਜਿਹੜੇ ਗਾਈਡੈਂਸ ਗੁਰੂ ਦੀ ਬ੍ਰਹਮ ਗਿਆਨ ਲੈ ਲੈਂਦੇ ਆ। ਇਹ ਅੱਖਰਾਂ ਨੂੰ ਬੁੱਝ ਜਾਂਦੇ ਆ, ਅੱਖਰਾਂ ਤੋਂ ਬੁੱਝ ਜਾਂਦੇ ਆ। ਗੁਰ ਪ੍ਰਸਾਦੀ ਸੇ ਨਰ ਉਬਰੇ, ਜੇ ਹਰ ਸਰਨਾਗਤ ਭੱਜ ਪਿਆ। ਉਹ ਤਾਂ ਫਿਰ ਸਮਾਂ ਨਹੀਂ ਬਿਤਾਉਂਦੇ, ਫਿਰ ਮਾਲਕ ਦੀ ਸ਼ਰਨ 'ਚ ਚਲੇ ਜਾਂਦੇ ਆ। ਮਾਲਕਾ ਮੈਨੂੰ ਤੂੰ ਚਾਹੀਦਾ, ਮੈਂ ਤੇਰੇ ਕੋਲ ਆਉਣਾ ਚਾਹੀਦਾ, ਆਉਣਾ ਚਾਹੁੰਦਾ ਹੈ, ਮੈਨੂੰ ਦੇ ਗਿਆਨ, ਮੈਨੂੰ ਸੇਧ ਦੇ। ਬੱਬੇ ਬਾਜੀ ਖੇਲਣ ਲਾਗਾ, ਚੌਪੜ ਕੀਤੇ 4 ਜੁਗਾ। ਦੇਖੋ ਹੁਣ ਮਾਲਕ ਪਰਮਾਤਮਾ ਨੇ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ, ਇਹ ਬਿਸਾਤ, ਇਹ ਚੌਪੜ ਵਿਛਾਈ ਹੋਈ ਹੈ ਮਾਲਕ ਨੇ। ਇਸ ਤਰ੍ਹਾਂ ਬਾਜੀ ਖੇਡ ਰਿਹਾ ਉਹ ਮਾਲਕ ਪਰਮਾਤਮਾ, ਗੇਮ ਖੇਡ ਰਿਹਾ ਆ। ਬੱਬੇ ਬਾਜੀ ਖੇਡਣ ਲੱਗਾ, ਚੌਪੜ ਕੀਤੇ 4 ਜੁਗਾ। 4 ਯੁੱਗ ਜਿਹੜੇ ਹੈਗੇ, 4 ਪੱਟ ਉਹਦੇ ਚੌਪੜ ਦੇ ਬਣਾ ਲਏ ਮਾਲਕ ਨੇ। 4 ਯੁੱਗ, ਅਲੱਗ-ਅਲੱਗ ਟਾਈਪ, ਅਲੱਗ-ਅਲੱਗ ਦੇ ਸੋਰਸਿਸ, ਅਲੱਗ-ਅਲੱਗ ਜਿਹੜੀ ਹੈਗੀ ਆ ਡਿਵੈਲਪਮੈਂਟ, ਅਲੱਗ-ਅਲੱਗ ਸਾਰੀ ਜਿਹੜੀ ਹੈਗੀ ਆ, ਸਾਰੇ ਜਿਹੜੇ ਹੈਗੇ ਆ
ਦੇਖ ਲਓ ਕਿੰਨੇ ਜਿਹੜੇ ਹੈਗੇ ਸੁੱਖ ਸੁਵਿਧਾਵਾਂ ਦੇ ਸਾਧਨ ਵਧੀ ਜਾਂਦੇ ਆ ਤੇ ਕਲਯੁਗ ਦੇ ਵਿੱਚ ਮੈਕਸਿਮਮ ਹੋ ਜਾਂਦੇ ਆ। ਬੱਬੇ ਬਾਜੀ ਖੇਲਣ ਲੱਗਾ, ਚੌਪੜ ਕੀਤੇ 4 ਜੁਗਾ, ਜੀ ਜੰਤ ਸਭ ਸਾਰੀ ਕੀਤੇ। ਗੋਟੀਆਂ, ਸਾਰੀ ਮਤਲਬ ਗੋਟੀਆਂ, ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲਗਾ। ਆਪ ਜਿਹੜਾ ਹੈਗਾ ਪਾਸੇ ਸੁੱਟ ਰਿਹਾ, ਡਾਈ ਸੁੱਟ ਰਿਹਾ, ਔਰ ਜਿਹੜੀ ਗੋਟੀ ਕਿਸ ਤਰ੍ਹਾਂ ਚੱਲਣੀ ਆ ਉਸ ਹਿਸਾਬ ਨਾਲ ਚਲਾ ਰਿਹਾ। ਜਿਹੜੀ ਗੋਟੀ ਜਿਹੜੇ ਘਰ 'ਚ ਜਾਣਾ ਚਾਹੁੰਦੀ ਹੈ। ਪੱਬੇ ਭਾਲੇ ਸੇ ਫਲ ਪਾਵੇਂ, ਗੁਰ ਪ੍ਰਸਾਦੀ ਜਿਨ ਕੋ ਭਉ ਪਿਆ। ਪੱਬੇ ਭਾਲੇ, ਪੱਬੇ ਅੱਖਰ ਤੋਂ ਗਿਆਨ ਦੇ ਰਹੇ, ਕਹਿੰਦੇ ਉਹ ਭਾਲਦੇ ਆ। ਫਿਰ ਜਿਹੜੇ ਭਾਲਦੇ ਆ ਉਹਨਾਂ ਨੂੰ ਫਲ ਮਿਲ ਜਾਂਦਾ ਹੈ, ਉਹਨਾਂ ਨੂੰ ਗੁਰੂ ਦਾ ਪ੍ਰਸਾਦ ਮਿਲ ਜਾਂਦਾ ਹੈ। ਉਹਨਾਂ ਨੂੰ ਭੈ ਪੈ ਗਿਆ ਭਾਈ ਬਈ ਮੈਂ ਤਾਂ ਜਿਹੜਾ ਹੈਗਾ ਇਹ ਜੂਨ ਚਲੀ ਗਈ ਤੇ 84 ਲੱਖ ਜੂਨਾਂ ਮੈਂ ਕਿੱਥੇ ਜਿਹੜਾ ਭੁਗਤਦਾ ਫਿਰੂੰਗਾ। ਧਰਮਰਾਜ ਦਾ ਡਰ ਪੈ ਗਿਆ, ਇਹ ਸਰੀਰ ਜਾਣ ਦਾ ਡਰ ਪੈ ਗਿਆ। ਪੱਬੇ ਭਾਲੇ ਸੇ ਫਲ ਪਾਵੇਂ, ਗੁਰ ਪ੍ਰਸਾਦੀ ਜਿਨ ਕੋ ਭਉ ਪਿਆ। ਮਨ ਮੁਖ ਫਿਰੈ ਨਾ ਚੇਤੇ ਮੂੜੇ, 184 ਫੇਰ ਪਿਆ। ਓਹੋ ਦੇਖ ਲਓ ਭਾਈ, ਮਨ ਮੁਖ ਅੱਖੇ ਨੂੰ ਔਂਕੜ ਨਹੀਂ ਹੈ, ਮੁਕਤਾ ਹੈਗਾ। ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਦੇ ਆ ਭਾਈ ਉਹ ਸਾਰੇ ਜਿਹੜੇ ਹੈਗੇ ਫਿਰਦੇ ਆ, ਚੇਤਦੇ ਨਹੀਂ ਆ। ਬਸ ਇਸੇ ਰਸਾਂ ਕਸਾਂ ਸਵਾਦਾਂ ਦੇ ਵਿੱਚ ਬਸ 24/7 ਲੱਗੇ ਰਹਿੰਦੇ। ਮੂੜੇ ਹੈਗੇ ਕਹਿੰਦੇ ਨਹੀਂ ਸਮਝਦੇ ਪਾਏ। ਫਿਰ ਕੀ ਹੁੰਦਾ, 184 ਫੇਰ ਪਿਆ, 84 ਲੱਖ ਜੂਨਾਂ ਦਾ ਫੇਰ ਪੈ ਜਾਂਦਾ ਹੈ ਭਾਈ। ਮਨ ਮੁਖ ਫਿਰੇ ਨਾ ਚੇਤੇ ਮੋੜੇ, 184 ਫੇਰ ਪਿਆ। ਹੁਣ ਦੇਖੋ ਕਿੰਨਾ ਕਲੀਅਰ ਕੱਟ ਲਿਖਿਆ ਹੋਇਆ ਭਾਈ। ਕਹਿੰਦੇ ਜੂਨਾਂ ਕਿੱਥੇ ਹੈ ਜੀ, ਕਿਹਨੇ ਦੇਖੀਆਂ ਆ? ਐਵੇਂ ਮਾਰੀ ਜਾਂਦੇ ਆ ਬਸ। ਓਹੋ ਪੱਬੇ ਭਾਲੇ ਸੇ ਫਲ ਪਾਵੇਂ, ਗੁਰ ਪ੍ਰਸਾਦੀ ਜਿਨ ਕੋ ਭਉ ਪਿਆ। ਮਨ ਮੁਖ ਫਿਰੈ ਨਾ ਚੇਤੇ ਮੋੜੇ, 184 ਫੇਰ ਪਿਆ। ਮਮੇ ਮੋਹ ਮਰਨ ਮਧੂਸੂਦਨ। ਉਹ ਮਰਨ ਪਿਆ ਤਬ ਚੇਤਵਿਆ। ਕਹਿੰਦੇ ਹੁੰਦਾ ਕੀ ਹੈ ਫਿਰ? ਹੁਣ ਇਨਸਾਨ ਦੁਨੀਆ 'ਚ ਆਇਆ ਤੇ ਮਧੂਸੂਦਨ ਕਹਿੰਦੇ ਆ, ਉਹ ਮਧੂਸੂਦਨ ਰਾਖਸ਼ਸ ਮਾਰਨਾ ਉਹਦੀ ਗੱਲ ਨਹੀਂ। ਮਧੂਸੂਦਨ ਆਪਾਂ ਤਾਂ ਮਧੂਸੂਦਨ ਪਰਮਾਤਮਾ ਨੂੰ ਕਹਿੰਦੇ ਆ, ਇੰਨੀ ਗੱਲ ਯਾਦ ਰੱਖੀਏ ਬਸ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਮਮੇ ਮੋਹ ਮਰਨ ਮਧੂਸੂਦਨ। ਕਹਿੰਦੇ ਐਸਾ ਮੋਹ ਹੈਗਾ ਮਾਇਆ ਦਾ, ਇੰਨੀ ਜ਼ਬਰਦਸਤ ਸਵਾਦ ਦੁਨੀਆ ਦੇ ਵਿੱਚ ਭੋਗ ਰਸ ਕਸ ਪਾਇਆ ਮਾਲਕ ਨੇ ਕਿ ਜਿਹੜਾ ਹੈਗਾ ਅਧਿਆਤਮਿਕ ਜਿਹੜੀ ਹੈਗੀ ਆ ਆਪਣੀ ਅਧਿਆਤਮਿਕ ਜਿਹੜੀ ਯਾਤਰਾ ਹੈਗੀ, ਅਧਿਆਤਮਿਕ ਰੂਪ ਦੇ ਵਿੱਚ ਜਿਹੜੇ ਆਪਾਂ ਮੁਰਦਾ ਹੋ ਜਾਂਦੇ। ਅਧਿਆਤਮਿਕ ਮਧੂਸੂਦਨ ਮਤਲਬ ਪਰਮਾਤਮਾ ਵੱਲ ਨੂੰ, ਪਰਮਾਤਮਾ ਮਰਨ ਮਧੂਸੂਦਨ, ਮਧੂਸੂਦਨ ਮਰਨ ਮਤਲਬ ਆਪਾਂ ਨੂੰ ਮਧੂਸੂਦਨ ਨੂੰ ਮਰਨ ਹੋਇਆ ਪਿਆ ਆਪਣੇ ਵੱਲ। ਹੈ ਨਹੀਂ ਮਧੂਸੂਦਨ ਆਪਣੇ ਅੰਦਰ, ਆਪਣੇ ਅੰਦਰ ਮਧੂਸੂਦਨ ਨਾਮ ਦੀ ਚੀਜ਼ ਹੈ ਨਹੀਂ ਗੀ ਆਪਣੇ ਅੰਦਰ। ਉਧਰ ਨਹੀਂ ਚਾਹੁੰਦੇ ਆਪਾਂ ਬਿਲਕੁਲ ਵੀ ਮਧੂਸੂਦਨ ਨੂੰ। ਉਧਰੋਂ ਮਰੇ ਹੋਏ ਆ ਆਪਾਂ, ਆਪਣੇ ਆਪ ਮਰੇ ਹੋਏ ਆ, ਮੋਹ ਦੇ ਕਾਰਨ ਮਰੇ ਹੋਏ ਆ। ਮਮੇ ਮੋਹ ਮਰਨ ਮਧੂਸੂਦਨ। ਫਿਰ ਕੀ ਹੁੰਦਾ ਹੈ? ਮਰਨ ਪਿਆ ਤਬ ਚੇਤਵਿਆ। ਜਦ ਆ ਕੇ ਜਿਹੜਾ ਹੈਗਾ ਸਾਹ ਰਗ ਦੇ ਉੱਤੇ ਜਿਹੜਾ ਜ਼ੋਰ ਪਾਉਂਦੇ ਆ ਉਹ ਜਦ ਕੱਢ ਲੈਂਦੇ ਆ, ਜਦ ਕੱਢਣ ਨੂੰ ਹੁੰਦੇ ਆ, ਜਦ ਪਤਾ ਲੱਗਦਾ ਹੈ ਬਈ ਹੁਣ ਤਾਂ ਮੈਨੂੰ ਇਹ ਦੂਤ ਦਿਸਣ ਲੱਗ ਪਏ। ਮਰਨ ਵੇਲੇ ਜਿਹੜਾ ਹੈਗਾ ਅੱਗਾ ਪਿੱਛੇ ਯਾਦ ਆ ਜਾਂਦਾ ਹੈ। ਉਸ ਵੇਲੇ ਫਿਰ ਜਿਹੜਾ ਹੈਗਾ ਮਰਨ ਪਿਆ ਤਬ ਚੇਤਵਿਆ। ਉਸ ਵੇਲੇ ਚੇਤਦਾ ਇਨਸਾਨ ਬਈ ਆਹ ਕੀ ਹੋ ਗਿਆ, ਮੈਂ ਤਾਂ ਕਿਸ ਵਾਸਤੇ ਆਇਆ ਸੀਗਾ, ਮੈਂ ਕੀ ਕਰ ਲਿਆ, ਆਹ ਤਾਂ ਮੈਂ ਜਿਹੜਾ ਹੈਗਾ ਆਪਣੇ ਪੈਰਾਂ 'ਤੇ ਕੁਹਾੜੀ ਮਾਰ ਲਈ। ਮਮੇ ਮੋਹ ਮਰਨ ਮਧੂਸੂਦਨ, ਮਰਨ ਪਿਆ ਤਬ ਚੇਤਵਿਆ। ਜਦ ਮੌਤ ਆ ਗਈ ਫਿਰ ਹੁਣ ਚੇਤੇ ਦਾ ਕੀ ਫਾਇਦਾ? ਹੁਣ ਤਾਂ ਸਰੀਰ ਵੱਖ ਹੋ ਗਿਆ, ਹੁਣ ਤਾਂ ਕੁਛ ਕਰ ਹੀ ਨਹੀਂ ਸਕਦਾ। ਪੇਪਰ ਖੋਲਿਆ ਭਾਈ, ਕਾਇਆ ਭੀਤਰ ਅਵਰੋ ਪੜਿਆ। ਜਦ ਸਰੀਰ ਸੀਗਾ ਤੇ ਹੋਰ ਦਾ ਹੋਰ ਪੜ੍ਹਦਾ ਰਹਿ ਗਿਆ ਤੂੰ, ਫਿਰ ਹੋਰ ਦਾ ਹੋਰ ਪੜ੍ਹਦਾ ਰਹਿ ਗਿਆ। ਸਰੀਰ ਸੀਗਾ, ਸਰੀਰ ਦੇ ਹੁੰਦੇ ਹੋਏ ਤਾਂ ਇੰਨੀ ਆਕੜ, ਇੰਨੀ ਹਉਮੈ, ਇੰਨੀ ਜਿਹੜੀ ਹੈ ਖੁਦਗਰਜ਼ੀ। ਕਾਇਆ ਭੀਤਰ ਅਵਰੋ ਪੜਿਆ, ਮੰਮਾ ਅੱਖਰ ਵਿਸਰਿਆ। ਉਦੋਂ ਤੂੰ ਮੰਮਾ ਅੱਖਰ ਵਿਸਰ ਗਿਆ ਸੀ, ਤੈਨੂੰ ਨਾ ਤੈਨੂੰ ਮੌਤ ਯਾਦ ਸੀ, ਨਾ ਤੈਨੂੰ ਮਧੂਸੂਦਨ ਯਾਦ ਸੀਗਾ। ਕਾਇਆ ਭੀਤਰ ਅਵਰੋ ਪੜਿਆ, ਮੰਮਾ ਅੱਖਰ ਵਿਸਰਿਆ। ਯਹੀਏ ਜਨਮ ਨਾ ਹੋਵੇ ਕਦਹੀ, ਯਹੀਏ ਜਨਮ ਨਾ ਹੋਵੇ ਕਦਹੀ, ਜੇਕਰ ਸੱਚ ਪਛਾਣੇ। ਦੇਖ ਲਾ ਪਿਆਰਿਆ, ਸਮਾਂ ਹੈਗਾ
ਜੇ ਸੱਚ ਨੂੰ ਪਛਾਣ ਜਾਏਗਾ ਤੇ ਇਹ ਜਨਮ ਮਰਨ 84 ਲੱਖ ਜੂਨਾ ਇਹ ਨਹੀਂ ਹੋਏਗਾ, ਤੈਨੂੰ ਨਹੀਂ ਹੋਏਗਾ ਭਾਈ, ਇਹ ਦੁੱਖ ਤਕਲੀਫਾਂ ਨਹੀਂ ਭੋਗਣੀਆਂ ਪੈਣਗੀਆਂ। ਯਹੀ ਹੈ ਜਨਮ ਨਾ ਹੋਵੀ ਕਦਹੀ, ਜੇਕਰ ਸੱਚ ਪਛਾਣੈ, ਗੁਰਮੁਖੇ ਆਖੈ, ਗੁਰਮੁਖੇ ਬੂਝੈ, ਗੁਰਮੁਖੇ ਏਕੋ ਜਾਣੈ। ਹਾਲੇ ਚਾਂਸ ਹੈਗਾ, ਦੇਖ ਲਾ ਪਿਆਰਿਆ, ਗੁਰੂ ਦੇ ਰਾਹੀਂ ਤੇਰੇ ਕੋਲ ਹੈ, ਗੁਰੂ ਬ੍ਰਹਮ ਗਿਆਨ ਹੈਗਾ ਤੇਰੇ ਕੋਲ, ਉਹਦੇ ਨਾਲ ਪਰਮੇਸ਼ਰ ਨੂੰ ਆਖ ਲਾ, ਪਰਮੇਸ਼ਰ ਨੂੰ ਗੁਰੂ ਦੇ ਰਾਹੀਂ ਬੁੱਝ ਲਾ, ਗੁਰੂ ਦੀਆਂ ਅੱਖਾਂ ਤੋਂ ਗੁਰਮੁਖੇ ਏਕੋ ਜਾਣੇ, ਜਾਣ ਲਾ ਉਸ ਇੱਕ ਨੂੰ, ਉਹਨੂੰ ਆਖ ਲਾ, ਉਹਨੂੰ ਮਾਲਕ ਨੂੰ, ਉਹਦੀ ਬੰਦਗੀ ਕਰ ਲਾ, ਬੁੱਝ ਲਾ ਇਸ ਗੱਲ ਨੂੰ ਗੁਰੂ ਦੇ ਰਾਹੀਂ ਉਸ ਨੂੰ। ਗੁਰਮੁਖੇ ਏਕੋ ਜਾਣੈ, ਰਾਰੇ ਰਵ ਰਿਹਾ ਸਭ ਅੰਤਰ, ਜੇਤੇ ਕੀਏ ਜਨਤਾ। ਮਾਲਕ ਪਰਮਾਤਮਾ ਹਰੇਕ ਦੇ ਵਿੱਚ ਹੈਗਾ, ਜਿੰਨੇ ਵੀ ਜੰਤ ਕੀਏ ਮਾਲਕ ਨੇ ਪੈਦਾ ਕੀਤੇ ਆ। ਜੰਤ ਪਾਏ ਧੰਦੇ ਸਭ ਲਾਏ, ਕਰਮ ਹੋਆ ਤਿੰਨ ਨਾਮ ਲਿਆ। ਕਹਿੰਦੇ ਸਾਰੇ ਜੰਤ ਪੈਦਾ ਕੀਤੇ, ਧੰਦੇ ਤੇ ਲਾਏ ਹੋਏ, ਸਾਰੀ ਸ੍ਰਿਸ਼ਟੀ ਜਿਹੜੀ ਹੈਗੀ, ਜਿਹੜੇ ਇਨਸਾਨ ਦੀ ਜੂਨ ਚ ਹੈ, ਜਿਨ੍ਹਾਂ ਦੇ ਉੱਤੇ ਜਿਹੜੇ ਚਾਹੁੰਦੇ ਆ ਮਾਲਕ ਪਰਮਾਤਮਾ ਨੂੰ ਮਿਲਣਾ, ਉਹਨਾਂ ਤੇ ਬਖਸ਼ਿਸ਼ ਹੋ ਜਾਂਦੀ ਆ, ਉਹਨਾਂ ਨੂੰ ਨਾਮ ਮਿਲ ਜਾਂਦਾ ਪਾਏ। ਉਹ ਨਾਮ ਗੁਪਤ ਹੈ, ਉਹ ਨਾਮ ਨੂੰ ਪਾੜ ਲੈਂਦੇ ਆ। ਲੱਲੇ ਲਾਏ ਧੰਦੇ ਜਿਨੇ ਛੋੜੀ, ਮੀਠਾ ਮਾਇਆ ਮੋਹ ਕੀਆ। ਲੱਲੇ ਅੱਖਰ ਤੋਂ ਗਿਆਨ ਦੇ ਰਹੇ। ਇਹ ਸਾਰੇ ਦੇਖੋ ਕਿ ਸਾਰੀ ਸ੍ਰਿਸ਼ਟੀ 24/7 ਹਰ ਇੱਕ ਜੂਨ 84 ਲੱਖ ਜੂਨਾਂ ਆਪਣੇ ਆਪਣੇ ਜੋ ਧੰਦਿਆਂ ਦੇ ਵਿੱਚ ਲੱਗੀਆਂ ਹੋਈਆਂ, ਸਾਰਿਆਂ ਨੂੰ ਮੋਹ ਹੈਗਾ। ਧੰਦੇ ਲਾਏ ਲੱਲੇ ਲਾਏ ਧੰਦੇ ਜਿਨੇ ਛੋੜੀ, ਮੀਠਾ ਮਾਇਆ ਮੋਹ ਕੀਆ। ਇੰਨਾ ਮਿੱਠਾ ਮਾਇਆ ਦਾ ਮੋਹ ਕੀਤਾ ਹੋਇਆ। ਹਰੇਕ ਜੂਨ ਦੇਖ ਲਓ ਕਿ ਇਨਸਾਨ, ਬਾਕੀ ਸਾਰੀਆਂ ਜੂਨਾਂ ਸਾਰੇ ਲੱਗੇ ਹੋਏ। ਖਾਣਾ ਪੀਣਾ ਸਮ ਕਰ ਸਹਿਣਾ, ਭਾਣੇ ਤਾਂ ਕੇ ਹੁਕਮ ਪਿਆ। ਹੁਣ ਹੁੰਦਾ ਕੀ ਹੈਗਾ? ਖਾਣਾ ਪੀਣਾ। ਖਾਣਾ ਪੀਣਾ ਕੀ ਹੈਗਾ? ਸੁੱਖ, ਖੁਸ਼ੀ। ਸਮ ਕਰ ਸਹਿਣਾ, ਸਹਿਣਾ ਕੀ ਹੈਗਾ ਭਾਈ? ਦੁੱਖ। ਕਹਿੰਦੇ ਸੁੱਖ ਔਰ ਦੁੱਖ ਜਿਹੜਾ ਸਮ ਕਰਕੇ ਸਹਿੰਦਾ ਹੈ, ਮਾਲਕ ਦਾ ਭਾਣਾ ਮੰਨਦਾ ਹੈ। ਖਾਣਾ ਪੀਣਾ ਸਮ ਕਰ ਸਹਿਣਾ, ਭਾਣੇ ਤਾਂ ਕੇ ਹੁਕਮ ਪਿਆ। ਉਸ ਮਾਲਕ ਪਰਮਾਤਮਾ ਦਾ ਹੁਕਮ ਜਿਹੜਾ ਹੈਗਾ, ਆਹ ਹੁਕਮ ਹੈ ਮਾਲਕ ਪਰਮਾਤਮਾ ਦਾ। ਖਾਣਾ ਪੀਣਾ ਸਮ ਕਰ ਸਹਿਣਾ, ਭਾਣਾ ਤਾਂ ਕੇ ਹੁਕਮ ਪਿਆ। ਉਹਦੇ ਹੁਕਮ ਦੇ ਵਿੱਚ ਜਿਹੜੇ ਹੈਗੇ ਆਪਾਂ ਇਹ ਗੇਮ ਦੇ ਵਿੱਚ ਹੈਗੇ ਆ। ਖਾਣਾ ਪੀਣਾ ਸਮ ਕਰ ਸਹਿਣਾ, ਭਾਣੇ ਤਾਂ ਕੇ ਹੁਕਮ ਪਿਆ। ਵਵੈ ਵਾਸੁਦੇਵ ਪਰਮੇਸ਼ਰ, ਵੇਖਣ ਕੋ ਜਿਨੇ ਵੇਸ ਕੀਆ। ਉਸ ਮਾਲਕ ਪਰਮਾਤਮਾ ਨੇ, ਵਾਸੁਦੇਵ ਨੇ, ਵੱਬੇ ਅੱਖਰ ਤੋਂ ਕਹਿ ਰਹੇ ਪਰਮੇਸ਼ਵਰ ਨੇ ਇਹ ਸਾਰਾ ਸੰਸਾਰ ਜਿਹੜਾ ਹੈ, ਸਾਰਾ ਵੇਸ ਜਿਹੜਾ ਹੈਗਾ, ਜੋ ਕੁਝ ਵੀ ਬਣਾਇਆ ਆ, ਆਪਣੇ ਆਪ ਨੂੰ ਕਹਿੰਦੇ ਮੈਨੂੰ ਬੁੱਝ ਲਓ, ਮੈਨੂੰ ਦੇਖ ਲਓ, ਇਸ ਵਾਸਤੇ ਆ ਸਾਰਾ ਕੁਝ ਕੀਤਾ ਹੈ ਮਾਲਕ ਨੇ। ਵੱਵੈ ਵਾਸੁਦੇਵ ਪਰਮੇਸ਼ਰ, ਵੇਖਣ ਕੋ ਜਿਨੇ ਵੇਸ ਕੀਆ। ਵੇਖੇ ਚਾਖੈ ਸਭ ਕਿਛ ਜਾਣੈ, ਅੰਤਰ ਬਾਹਰ ਰਵ ਰਿਹਾ। ਮਾਲਕ ਪਰਮਾਤਮਾ ਸਾਰਾ ਦੇਖ ਰਿਹਾ ਆ, ਔਰ ਸਾਰੀ ਸ੍ਰਿਸ਼ਟੀ ਨੂੰ ਵੇਖੇ ਚਾਖੇ ਮਤਲਬ ਸਾਰਾ ਕੁਛ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਦੀ ਖੇਡ ਆ। ਉਹ ਆਪ ਹੀ ਸਾਰਾ ਕੁਛ ਕਰ ਰਿਹਾ ਆ, ਔਰ ਸਭ ਕੁਛ ਜਾਣਦਾ ਹੈ, ਔਰ ਹਰੇਕ ਦੇ ਅੰਦਰ ਬਾਹਰ ਹਰ ਜਗ੍ਹਾ ਤੇ ਪੂਰੀ ਤਰ੍ਹਾਂ ਰਵਿਆ ਹੋਇਆ ਮਾਲਕ ਪਰਮਾਤਮਾ। ਬੁਝਾਰਤ ਹੈ ਜੀ। ਹਾਂ, ਰਾੜ ਹੈ, ਰਾੜ ਕਰੇ ਕਿਆ ਪ੍ਰਾਣੀ, ਤਿਸੇ ਧਿਆਵੋ ਜੇ ਅਮਰ ਹੋਆ। ਕਹਿੰਦੇ ਭਾਈ ਕਾਹਦੇ ਵਾਸਤੇ ਲੜਾਈ ਝਗੜੇ, ਕਾਹਦੇ ਵਾਸਤੇ ਪੰਗੇ ਲੈ ਰਹੇ, ਕਿਉਂ ਆਪਣੇ ਸਵਾਸ ਗਵਾ ਰਹੇ ਹੈ, ਕਾਹਦੇ ਵਾਸਤੇ? ਕਹਿੰਦੇ ਕਾਹਦੇ ਵਾਸਤੇ? ਇਹ ਪ੍ਰਾਣੀ ਉਸ ਮਾਲਕ ਦਾ ਧਿਆਨ ਕਰ, ਉਸ ਮਾਲਕ ਦਾ ਧਿਆਨ ਕਰ, ਮਾਲਕ ਦਾ ਧਿਆਨ ਕਰ ਤੇ ਤੁਮ ਹੀ ਅਮਰ ਹੋ ਜਾਏਗਾ ਪਿਆਰਿਆ, ਅਮਰ ਹੋ ਜਾਏਗਾ। ਰਾੜ ਹੈ, ਰਾੜ ਕਰੇ ਕਿਆ ਪ੍ਰਾਣੀ, ਤਿਸੇ ਧਿਆਵੋ ਜੇ ਅਮਰ ਹੋਆ। ਉਹਦਾ ਧਿਆਨ ਕਰ, ਉਹਦਾ ਸਿਮਰਨ ਕਰ, ਅਮਰ ਹੋ ਜਾਏਗਾ ਤੂੰ। ਤਿਸੇ ਧਿਆਵੋ ਸੱਚੇ ਸਮਾਵੋ, ਉਸ ਵਿਟੋਂ ਕੁਰਬਾਨ ਕੀਆ। ਕਹਿੰਦੇ ਉਸ ਨੂੰ ਧਿਆਓ ਤੇ ਸੱਚ ਦੇ ਵਿੱਚ ਸਮਾ ਜਾਓ। ਕਹਿੰਦੇ ਮੈਂ ਤਾਂ ਉਸ ਤੋਂ ਕੁਰਬਾਨ ਆ, ਜਿਸ ਨੇ ਸਾਰਾ ਸੰਸਾਰ ਬਣਾਇਆ ਆ, ਉਸ ਤੋਂ ਕੁਰਬਾਨ। ਹਾਹੇ ਹੋਰ ਨਾ ਕੋਈ ਦਾਤਾ, ਜੀ ਉਪਾਏ ਜਿਹਨੇ ਰਿਜ਼ਕ ਦਿਆ। ਹਾਹੇ ਅੱਖਰ ਤੋਂ ਗਿਆਨ ਦੇ ਰਹੇ, ਕਹਿ ਰਹੇ ਕਹਿੰਦੇ ਹੋਰ ਕੋਈ ਦਾਤਾ ਨਹੀਂ ਹੈਗਾ ਜਿਹੜਾ ਅੱਜ ਸਾਰੇ ਜੀਅ ਜਿਹੜੇ ਪੈਦਾ ਕਰਦੇ ਔਰ ਸਾਰਿਆਂ ਨੂੰ ਰਿਜ਼ਕ ਦੇ ਦੇ, ਉਸ ਤੋਂ ਇਲਾਵਾ। ਹਰ ਨਾਮ ਧਿਆਵੋ,
ਹਰ ਨਾਮ ਸਮਾਵੋ ਅਨਦਿਨ ਲਾਹਾ ਹਰ ਨਾਮ ਲਿਆ। ਇਹਦੇ ਵਾਸਤੇ ਆਏ ਆ ਭਾਈ। ਫਿਰ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਜਿਹੜੇ ਹੈਗੇ ਇਹ ਐਕਸ਼ਨ ਕਰਨ ਵਾਸਤੇ ਕਹਿ ਰਹੇ ਆ ਭਾਈ ਕਿ ਪਰਮੇਸ਼ਰ ਦਾ ਨਾਮ ਧਿਆਨ ਸਿਮਰਨ ਕਰੋ, ਨਾਮ ਦੇ ਵਿੱਚ ਸਮਾਏ ਰਹੋ। ਅਨਦਿਨ ਇਹੀ ਲਾਭ ਹੈਗਾ, ਇਹੀ ਲਾਭ ਲਈ ਜਾਓ ਭਾਈ। ਹਰ ਨਾਮ ਤੇ ਆਵੋ, ਹਰ ਨਾਮ ਸਮਾਵੋ ਅਨਦਿਨ ਲਾਹਾ ਹਰ ਨਾਮ ਲਿਆ। ਆੜੈ ਆਪ ਕਰੇ ਜਿਨੇ ਛੋੜੀ, ਜੋ ਕਿਛ ਕਰਨਾ ਸੋ ਕਰ ਰਿਹਾ। ਐੜੇ ਅੱਖਰ ਤੋਂ ਗਿਆਨ ਦੇ ਰਹੇ ਮਹਾਰਾਜ। ਕਹਿੰਦੇ ਉਹ ਮਾਲਕ ਪਰਮਾਤਮਾ ਕਰਤਾ ਹੈਗਾ, ਉਸ ਨੇ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਛੱਡੀ ਹੈ, ਮਾਲਕ ਨੇ ਬਣਾਈ ਹੋਈ ਆ। ਜੋ ਕੁਛ ਉਹਨੂੰ ਜੋ ਕੁਛ ਕਰਨਾ, ਜੋ ਉਹ ਚਾਹੁੰਦਾ ਹੈਗਾ ਸੋ ਕਰ ਰਿਹਾ, ਉਹ ਕਰ ਰਿਹਾ ਆ। ਜੋ ਕੁਛ ਕਰਨਾ ਸੋ ਕਰ ਰਿਹਾ, ਜੋ ਉਹਨੇ ਕਰਨਾ ਹੈਗਾ ਉਹ ਕਰ ਰਿਹਾ ਹੈ ਮਾਲਕ ਪਰਮਾਤਮਾ। ਕਰੇ ਕਰਾਏ ਸਭ ਕੁਛ ਜਾਣੇ, ਨਾਨਕ ਸਾਇਰ ਇਹ ਕਹਿਆ। ਕਹਿੰਦੇ ਕਰ ਵੀ ਰਿਹਾ ਹੈ, ਕਰਵਾ ਵੀ ਰਿਹਾ ਹੈ, ਔਰ ਸਾਰਾ ਕੁਛ ਜਾਣਦਾ ਹੈਗਾ ਉਹ ਮਾਲਕ ਪਰਮਾਤਮਾ। ਨਾਨਕ ਸਾਇਰ ਇਵ ਕਹਿਆ। ਨਾਨਕ ਸ਼ਾਇਰ ਜਿਹੜਾ ਹੈਗਾ ਇਸ ਤਰ੍ਹਾਂ ਕਹਿੰਦਾ ਹੈ। ਇਹ ਜੀ ਤਾਂ ਕੋਈ ਇਸ ਤਰ੍ਹਾਂ ਨਾ ਤਾਂ ਨਾਨਕ ਦੇ ਕੱਕੇ ਨੂੰ ਔਂਕੜ ਹੈਗੀ, ਨਾ ਤਾਂ ਸਾਇਰ ਦੇ ਕੱਕੇ ਰਾਰੇ ਨੂੰ ਔਂਕੜ ਹੈਗੀ ਆ। ਇਹ ਕਿਵੇਂ ਅਰਥ ਹੋ ਗਏ ਜੀ? ਕਰੇ ਕਰਾਏ ਸਭ ਕੁਛ ਜਾਣੇ, ਨਾਨਕ ਜੋਤ ਹੈਗੀ ਆ। ਸਾਇਰ ਇਵ ਕਿਹਾ, ਸਾਇਰ ਜਿਹੜੇ ਪਲੂਰਲ ਹੈਗੇ ਆ। ਸਾਇਰ ਜਿਹੜੇ ਹੈਗੇ ਜਿਹੜੇ ਸ਼ਾਇਰ ਕਹਿੰਦੇ ਆ, ਕਹਿੰਦੇ ਜਿਹੜੇ ਵੀ ਬ੍ਰਹਮ ਗਿਆਨੀ ਹੈਗੇ ਉਹ ਇਸੇ ਤਰੀਕੇ ਦੇ ਨਾਲ ਕਹਿੰਦੇ ਆ। ਉਹ ਬ੍ਰਹਮ ਗਿਆਨੀ ਹੈਗੇ ਸ਼ਾਇਰ ਭਾਈ। ਕਰੇ ਇੱਥੇ ਤਾਂ ਨਾਨਕ ਛਾਪ ਹੈਗੀ ਆ। ਕਰੇ ਕਰਾਏ ਸਭ ਕੀ ਜਾਣੇ, ਨਾਨਕ ਸਾਇਰ ਇਵ ਕਹਿਆ। ਮਹਾਰਾਜ ਕਹਿੰਦੇ ਆ ਭਾਈ ਬ੍ਰਹਮ ਗਿਆਨੀਆਂ ਦਾ ਗਿਆਨ ਜਿਹੜਾ ਹੈਗਾ ਆਹੀ ਕਹਿੰਦਾ ਆ, ਆਹੀ ਕਹਿੰਦਾ ਹੈ ਭਾਈ। ਆੜੇ ਆਪ ਕਰੇ ਜਿਨੇ ਛੋੜੀ, ਜੋ ਕਿਛ ਕਰਨਾ ਸੋ ਕਰ ਰਿਹਾ। ਕਰੇ ਕਰਾਏ ਸਭ ਕੁਛ ਜਾਣੇ। ਆਹ ਜਿਹੜੀ ਹੈਗੀ ਸਾਰੀ ਦੀ ਸਾਰਾ ਬ੍ਰਹਮ ਗਿਆਨ ਆਹੀ ਕਹਿੰਦਾ ਹੈ। ਕਰੇ ਕਰਾਏ ਸਭ ਕੁਛ ਜਾਣੇ, ਨਾਨਕ ਸਾਇਰ ਇਵ ਕਹਿਆ। ਆ ਜੀ ਪਹਿਲੀ ਪਾਤਸ਼ਾਹੀ ਦੀ 35 ਜਿਹੜੀ ਹੈਗੀ ਪੱਟੀ, ਤੇ ਇਸ ਤੋਂ ਅਗਲੀ ਪੱਟੀ ਜੀ ਤੀਸਰੀ ਪਾਤਸ਼ਾਹੀ ਦੀ ਹੈਗੀ ਆ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਜਿਹੜਾ ਹੈਗਾ ਪੱਟੀ ਜਿਹੜੀ ਹੈਗੀ ਆ ਇਹ ਪੂਰੀ ਕਰਵਾ ਦਿੱਤੀ। ਪੜ੍ਹੀਏ ਜੀ ਇਹ ਹਾਂਜੀ ਪੜ੍ਹੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ